ਸਤਿ ਸ਼੍ਰੀ ਅਕਾਲ ਜੀ। ਤਾਂ ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਸੂਰਜੀ ਪਰਿਵਾਰ ਦੇ ਬਾਰੇ। ਸੂਰਜੀ ਪਰਿਵਾਰ ਨੂੰ ਇੰਗਲਿਸ਼ ਦੇ ਵਿੱਚ ਸੋਲਰ ਸਿਸਟਮ ਕਿਹਾ ਜਾਂਦਾ। ਇਸ ਦੇ ਵਿੱਚ ਕੀ ਕੁਝ ਆਉਂਦਾ, ਕੀ ਕੁਝ ਹੁੰਦਾ ਗਾ, ਉਹਦੇ ਬਾਰੇ ਅੱਜ ਆਪਾਂ ਵਿਸਥਾਰ ਦੇ ਵਿੱਚ ਪੜ੍ਹਾਂਗੇ। ਤਾਂ ਇਸ ਦੇ ਵਿੱਚ ਜੋ ਸਭ ਤੋਂ ਪਹਿਲੀ ਚੀਜ਼ ਆਉਂਦੀ ਆ ਉਹ ਹੈ ਜੀ ਬ੍ਰਹਿਮੰਡ। ਬ੍ਰਹਿਮੰਡ ਨੂੰ ਇੰਗਲਿਸ਼ ਦੇ ਵਿੱਚ ਯੂਨੀਵਰਸ ਕਿਹਾ ਜਾਂਦਾ। ਤਾਂ ਇਸ ਯੂਨੀਵਰਸ ਦੇ ਵਿੱਚ ਜਾਂ ਬ੍ਰਹਿਮੰਡ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ, ਉਹ ਹਨ ਜੀ ਸੂਰਜ, ਗ੍ਰਹਿ, ਧਰਤੀ, ਚੰਨ, ਨਿੱਕੇ ਵੱਡੇ ਤਾਰੇ, ਧੂੜ ਅਤੇ ਗੈਸਾਂ ਆਦਿ। ਅਤੇ ਇਹ ਜੋ ਬ੍ਰਹਿਮੰਡ ਆ ਇਹ ਇੰਨਾ ਵੱਡਾ ਗਾ ਕਿ ਆਪਾਂ ਇਸ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਹ ਕਿੰਨਾ ਵੱਡਾ ਹੋ ਸਕਦਾ। ਤਾਂ ਜਿਵੇਂ ਕਿ ਤੁਸੀਂ ਇੱਥੇ ਇਸ ਚਾਰਟ ਦੇ ਵਿੱਚ ਦੇਖ ਸਕਦੇ ਹੋ, ਬ੍ਰਹਿਮੰਡ ਦੇ ਵਿੱਚ ਕੀ ਕੁਝ ਆਉਂਦਾ। ਬ੍ਰਹਿਮੰਡ ਦੇ ਵਿੱਚ ਆ ਜਾਂਦੀਆਂ ਨੇ ਗਲੈਕਸੀ। ਗਲੈਕਸੀ ਦੇ ਵਿੱਚ ਗਲੈਕਸੀ ਇੱਕ ਸਮੂਹ ਹੁੰਦਾ ਗਾ ਤਾਰਿਆਂ ਦਾ, ਗੈਸਾਂ ਦਾ, ਧੂੜ ਦਾ। ਅਤੇ ਇਹ ਗਲੈਕਸੀਆਂ ਹੁੰਦੀਆਂ ਜੋ ਇਹ ਸਾਈਜ਼ ਦੇ ਵਿੱਚ ਵੱਖੋ ਵੱਖਰੀਆਂ ਹੋ ਸਕਦੀਆਂ ਨੇ। ਮੇਨ ਜੋ ਆਪਾਂ ਗਲੈਕਸੀਆਂ ਨੂੰ 3 ਭਾਗਾਂ ਦੇ ਵਿੱਚ ਵੰਡਦੇ ਹਾਂ, ਉਹਨਾਂ ਦੇ ਵਿੱਚ ਹੈਗੀਆਂ ਨੇ ਸਪਾਇਰਲ, ਇਲਿਪਟੀਕਲ ਅਤੇ ਇਰੈਗੂਲਰ। ਤਾਂ ਇਹਨਾਂ ਨੂੰ ਇਹਨਾਂ ਦੀ ਸ਼ੇਪ ਦੇ ਆਧਾਰ 'ਤੇ ਵੰਡਿਆ ਗਿਆ ਹੈਗਾ। ਤਾਂ ਜਿਸ ਦੇ ਵਿੱਚ ਧਰਤੀ ਆਉਂਦੀ ਆ ਉਸ ਗਲੈਕਸੀ ਦਾ ਨਾਮ ਹੈ ਜੀ ਮਿਲਕੀ ਵੇ, ਜਾਂ ਜਿਹਨੂੰ ਆਕਾਸ਼ ਗੰਗਾ ਕਹਿ ਦਿੰਦੇ ਆ। ਅਤੇ ਇਹ ਸਪਾਇਰਲ ਗਲੈਕਸੀ ਹੈ। ਤਾਂ ਆਕਾਸ਼ ਦੇ ਵਿੱਚ ਜਦੋਂ ਆਪਾਂ ਉੱਪਰ ਦੇਖਦੇ ਹਾਂ ਤਾਂ ਜੋ ਵੀ ਚੀਜ਼ਾਂ ਆਪਾਂ ਨੂੰ ਦਿਖਦੀਆਂ ਨੇ, ਸੂਰਜ, ਗ੍ਰਹਿ, ਚੰਨ, ਨਿੱਕੇ ਵੱਡੇ ਤਾਰੇ, ਜੋ ਵੀ ਕੁਛ ਚਮਕਦੀਆਂ ਚੀਜ਼ਾਂ ਦਿਖਾਈ ਦਿੰਦੀਆਂ ਨੇ, ਉਹਨਾਂ ਸਾਰੀਆਂ ਨੂੰ ਕਿਹਾ ਜਾਂਦਾ ਖਗੋਲ ਪਿੰਡ। ਇਹ ਜੋ ਆਪਾਂ ਹੁਣ ਖਗੋਲ ਸ਼ਬਦ ਪੜ੍ਹਿਆ, ਇਸ ਦਾ ਸੰਬੰਧ ਆਕਾਸ਼ ਜਾਂ ਪੁਲਾੜ ਦੇ ਨਾਲ ਆ। ਅਤੇ ਇਸ 'ਤੇ ਅਧਿਐਨ ਕਰਨ ਵਾਲੇ ਲੋਕ ਜੋ ਮਤਲਬ ਕਿ ਇਸ ਦੀ ਸਟੱਡੀ ਕਰਦੇ ਨੇ, ਉਹਨਾਂ ਨੂੰ ਕਿਹਾ ਜਾਂਦਾ ਖਗੋਲ ਵਿਗਿਆਨੀ। ਅਤੇ ਭਾਰਤ ਦੀ ਵੀ ਇੱਕ ਖਗੋਲ ਵਿਗਿਆਨੀ ਹੋਈ ਹੈ ਜਿਸ ਦਾ ਨਾਮ ਕਲਪਨਾ ਚਾਵਲਾ ਸੀ। ਕਲਪਨਾ ਚਾਵਲਾ ਦਾ ਜਨਮ 17 ਮਾਰਚ 1962 ਨੂੰ ਕਰਨਾਲ, ਹਰਿਆਣਾ ਵਿਖੇ ਹੋਇਆ ਸੀ। ਅਤੇ ਭਾਰਤ ਦੀ ਪਹਿਲੀ ਮਹਿਲਾ ਸੀ ਜੋ ਪੁਲਾੜ ਦੇ ਵਿੱਚ ਜਾਂ ਸਪੇਸ ਦੇ ਵਿੱਚ ਗਈ ਸੀ। ਜਦੋਂ ਆਪਾਂ ਖਗੋਲ ਪਿੰਡਾਂ ਨੂੰ ਦੇਖਦੇ ਹਾਂ ਤਾਂ ਆਪਾਂ ਨੂੰ ਅਜਿਹਾ ਮਹਿਸੂਸ ਹੁੰਦਾ ਕਿ ਇਹ ਆਪਣੀ ਰੋਸ਼ਨੀ ਦੇ ਨਾਲ ਚਮਕ ਰਹੇ ਹਨ, ਪਰ ਅਜਿਹਾ ਕੁਝ ਨਹੀਂ ਹੁੰਦਾ, ਕਿਉਂਕਿ ਕੁਝ ਤਾਰੇ ਦੂਸਰੇ ਤਾਰਿਆਂ ਦੀ ਰੋਸ਼ਨੀ ਕਰਕੇ ਹੀ ਚਮਕਦੇ ਹਨ। ਸੂਰਜ ਧਰਤੀ ਦੇ ਸਭ ਤੋਂ ਨੇੜਲਾ ਤਾਰਾ ਗਾ। ਕਈ ਵਾਰ ਇਹ ਆਪਾਂ ਨੂੰ ਭੁਲੇਖਾ ਹੁੰਦਾ ਕਿ ਸੂਰਜ ਕੀ ਚੀਜ਼ ਹੈਗੀ, ਕੋਈ ਗ੍ਰਹਿ ਆ, ਉਪਗ੍ਰਹਿ ਆ ਜਾਂ ਤਾਰਾ ਗਾ। ਤਾਂ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸੂਰਜ ਇੱਕ ਤਾਰਾ ਗਾ। ਅਤੇ ਇਹ ਕਈ ਵਾਰੀ ਪ੍ਰਸ਼ਨ ਵੀ ਪੁੱਛਿਆ ਜਾਂਦਾ ਕਿ ਧਰਤੀ ਦੇ ਸਭ ਤੋਂ ਨੇੜਲਾ ਤਾਰਾ ਕਿਹੜਾ। ਤਾਂ ਧਰਤੀ ਦੇ ਸਭ ਤੋਂ ਨੇੜਲਾ ਤਾਰਾ ਸੂਰਜ ਹੀ ਹੈ। ਅਤੇ ਧਰਤੀ ਦੇ ਸਭ ਤੋਂ ਨੇੜੇ ਹੋਣ ਕਰਕੇ ਇਹ ਆਪਾਂ ਨੂੰ ਆਕਾਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਦਿਖਾਈ ਦਿੰਦਾ। ਅਤੇ ਜੇਕਰ ਆਪਾਂ ਪੁਲਾੜ ਦੇ ਵਿੱਚੋਂ ਧਰਤੀ ਦੇ ਉੱਤੇ ਝਾਤ ਮਾਰੀਏ ਤਾਂ ਧਰਤੀ ਵੀ ਆਪਾਂ ਨੂੰ ਚਮਕਦੀ ਹੀ ਨਜ਼ਰ ਆਉਂਦੀ। ਤਾਂ ਇਹ ਸੂਰਜ ਦੀ ਰੋਸ਼ਨੀ ਦੇ ਕਰਕੇ ਹੀ ਆਪਾਂ ਨੂੰ ਚਮਕਦੀ ਨਜ਼ਰ ਆਉਂਦੀ ਹੈ। ਤਾਂ ਇਸ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਆਕਾਸ਼ੀ ਪਿੰਡ ਜਾਂ ਖਗੋਲ ਪਿੰਡ ਜੋ ਵੀ ਆਪਣੀ ਰੋਸ਼ਨੀ ਕਰਕੇ ਚਮਕਦੇ ਨੇ, ਉਹਨਾਂ ਨੂੰ ਤਾਰੇ ਆਖਿਆ ਜਾਂਦਾ। ਤਾਂ ਸੂਰਜ ਵੀ ਇਹਨਾਂ ਦੇ ਵਿੱਚੋਂ ਇੱਕ ਹੈ। ਰਾਤ ਨੂੰ ਜੇਕਰ ਆਪਾਂ ਆਕਾਸ਼ ਵੱਲ ਧਿਆਨ ਨਾਲ ਦੇਖੀਏ ਤਾਂ ਆਪਾਂ ਨੂੰ ਸਾਰਾ ਆਕਾਸ਼ ਤਾਰਿਆਂ ਦੇ ਨਾਲ ਭਰਿਆ ਹੋਇਆ ਦਿਖਾਈ ਦਿੰਦਾ। ਤਾਂ ਇਹਨਾਂ ਤਾਰਿਆਂ ਦੀਆਂ ਵੱਖੋ ਵੱਖਰੀਆਂ ਆਕਿਰਤੀਆਂ ਜਾਂ ਸ਼ਕਲਾਂ ਵੀ ਦਿਖਾਈ ਦਿੰਦੀਆਂ ਨੇ, ਭਾਵ ਕਿ ਉਹਨਾਂ ਤੋਂ ਕੋਈ ਨਾ ਕੋਈ ਚੀਜ਼ ਬਣੀ ਹੋਈ ਦਿਖਾਈ ਦਿੰਦੀ ਹੈ। ਇਹਨਾਂ ਦੇ ਵਿੱਚੋਂ ਕਈ ਮਨੁੱਖੀ ਆਕਿਰਤੀਆਂ ਹੋ ਸਕਦੀਆਂ, ਭਾਵ ਮਨੁੱਖ ਦੇ ਰੂਪ ਦੇ ਵਿੱਚ ਹੋ ਸਕਦੀਆਂ, ਅਤੇ ਕੁਝ ਕੁ ਪਸ਼ੂਆਂ ਦੇ ਰੂਪ ਦੇ ਵਿੱਚ। ਜਾਂ ਜਿਵੇਂ ਤੁਸੀਂ ਛੋਟੇ ਹੁੰਦਿਆਂ ਨੇ ਆਪਣੇ ਦਾਦਾ ਦਾਦੀ ਕੋਲੋਂ ਜਾਂ ਨਾਨਾ ਨਾਨੀ ਕੋਲੋਂ ਸੁਣਿਆ ਹੋਊਗਾ ਕਿ ਉਹ ਦੇਖੋ ਆਕਾਸ਼ ਦੇ ਵਿੱਚ ਰੱਬ ਦਾ ਮੰਜਾ ਬਣਿਆ ਪਿਆ, ਐਵੇਂ ਦੀਆਂ ਕਿਰਤੀਆਂ ਦਿਖਾਈ ਦਿੱਤੀਆਂ ਹੋਣਗੀਆਂ ਤੁਹਾਨੂੰ। ਤਾਂ ਇਹ ਜੋ ਕਿਰਤੀਆਂ ਬਣਦੀਆਂ ਇਹ ਤਾਰਿਆਂ ਦੇ ਸਮੂਹ ਦੇ ਨਾਲ ਬਣਦੀਆਂ, ਭਾਵ ਕਿ ਜਦੋਂ ਕਾਫੀ ਤਾਰੇ ਇਕੱਠੇ ਹੋ ਜਾਂਦੇ ਨੇ ਤਾਂ ਉਹਨਾਂ ਤੋਂ ਮਿਲ ਕੇ ਇੱਕ ਕੋਈ ਆਕਿਰਤੀ ਬਣ ਜਾਂਦੀ ਆ। ਤਾਂ ਇਸ ਸਮੂਹ ਨੂੰ ਤਾਰਾ ਮੰਡਲ ਕਿਹਾ ਜਾਂਦਾ। ਇਹਨਾਂ ਤਾਰਿਆਂ ਦੇ ਵਿੱਚ ਸਪਤਰਿਸ਼ੀ ਜੋ ਕਿ ਬਹੁਤ ਪੁਰਾਣੇ ਸਮੇਂ ਤੋਂ ਪ੍ਰਚਲਿਤ ਹੈ, ਜੋ ਕਿ 7 ਤਾਰਿਆਂ ਤੋਂ ਬਣਿਆ ਹੁੰਦਾ ਹੈ। ਅਤੇ ਇਹ ਕਿਸੇ ਵੱਡੇ ਪ੍ਰਸ਼ਨ ਚਿੰਨ੍ਹ ਦੀ ਆਕਿਰਤੀ ਦੇ ਵਿੱਚ ਦਿਖਾਈ ਦਿੰਦਾ ਗਾ। ਤਾਂ ਇਸ ਤੋਂ ਇਲਾਵਾ ਕੁਝ ਹੋਰ ਆਕਿਰਤੀਆਂ ਵੀ ਦਿਖਾਈ ਦਿੰਦੀਆਂ ਨੇ, ਜਿਨ੍ਹਾਂ ਦੇ ਵਿੱਚ ਹੁੰਦਾ ਦਾ ਓਰੀਓਨ, ਇਹ ਇੱਕ ਸ਼ਿਕਾਰੀ ਦੇ ਰੂਪ ਦੇ ਵਿੱਚ ਦਿਖਾਈ ਦਿੰਦੀ ਹੈ। ਅਤੇ ਇਸ ਤੋਂ ਇਲਾਵਾ ਲੀਓ, ਜਿਸ ਨੂੰ ਇੱਕ ਸ਼ੇਰ ਦੀ ਸ਼ਕਲ ਦੇ ਵਿੱਚ ਦਿਖਾਇਆ ਜਾਂਦਾ ਗਾ। ਅਤੇ ਇਸ ਤੋਂ ਇਲਾਵਾ ਸਕੋਰਪੀਅਨ ਜਾਂ ਸਕੋਰਪੀਅਸ, ਜਿਸ ਨੂੰ ਇੱਕ ਬਿੱਛੂ ਦੀ ਆਕਿਰਤੀ ਦੇ ਵਿੱਚ ਦਿਖਾਇਆ ਜਾਂਦਾ ਗਾ। ਅਤੇ ਇਸ ਤੋਂ ਇਲਾਵਾ ਕਰਕਸ, ਜਿਸ ਨੂੰ ਕ੍ਰੋਸ ਦੇ ਰੂਪ ਦੇ ਵਿੱਚ ਦਿਖਾਇਆ ਜਾਂਦਾ ਗਾ। ਇਹ ਤਾਰੇ ਧਰਤੀ ਤੋਂ ਬਹੁਤ ਜ਼ਿਆਦਾ ਦੂਰ ਨੇ, ਅਤੇ ਇਹਨਾਂ ਦੀ ਰੌਸ਼ਨੀ ਨੂੰ ਧਰਤੀ ਤੱਕ ਪਹੁੰਚਣ ਲਈ ਧਰਤੀ ਦੇ ਆਲੇ ਦੁਆਲੇ ਬਣੇ ਇੱਕ ਹਵਾ ਦੇ ਗਿਲਾਫ ਦੀਆਂ ਵੱਖੋ ਵੱਖਰੀਆਂ ਤਹਿਾਂ ਦੇ ਵਿੱਚੋਂ ਦੀ ਲੰਘਣਾ ਪੈਂਦਾ ਗਾ। ਅਤੇ ਜਦੋਂ ਵੱਖੋ ਵੱਖਰੀਆਂ ਤਹਿਾਂ ਦੇ ਵਿੱਚੋਂ ਦੀ ਲੰਘਦੇ ਨੇ, ਇਸੇ ਕਰਕੇ ਉਹ ਆਪਾਂ ਨੂੰ ਟਿਮਟਿਮਾਉਂਦੇ ਵਿਖਾਈ ਦਿੰਦੇ ਨੇ। ਤਾਂ ਇਹਨਾਂ ਤਾਰਿਆਂ ਦੀ ਦੂਰੀ ਕਿਲੋਮੀਟਰਾਂ ਦੇ ਵਿੱਚ ਦੱਸਣੀ ਬਹੁਤ ਜ਼ਿਆਦਾ ਮੁਸ਼ਕਿਲ ਹੈ। ਤਾਂ ਇਸੇ ਕਰਕੇ ਇਹਨਾਂ ਦੀ ਦੂਰੀ ਦੱਸਣ ਦੇ ਲਈ ਇੱਕ ਵੱਖਰੀ ਯੂਨਿਟ ਬਣਾਈ ਗਈ ਹੈ, ਜਿਸ ਨੂੰ ਕਿਹਾ ਜਾਂਦਾ ਪ੍ਰਕਾਸ਼ ਸਾਲ। ਤਾਂ ਇਹ ਜੋ ਪ੍ਰਕਾਸ਼ ਸਾਲ ਹੈ, ਇਸ ਨੂੰ ਇੰਗਲਿਸ਼ ਦੇ ਵਿੱਚ ਲਾਈਟ ਈਅਰ ਕਿਹਾ ਜਾਂਦਾ।
ਤਾਂ ਪ੍ਰਕਾਸ਼ ਜਾਂ ਜੋ ਲਾਈਟ ਹੁੰਦੀ ਆ ਉਹ 1 ਸੈਕਿੰਡ ਦੇ ਵਿੱਚ ਲਗਭਗ 3 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੈਂਦੀ। ਤਾਂ ਉਸ ਤੋਂ ਬਾਅਦ 1 ਸੈਕਿੰਡ ਤੋਂ 60 ਸੈਕਿੰਡ ਮਿਲਾ ਕੇ ਆਪਾਂ ਨੇ ਜਿਹਦੇ ਤੋਂ 1 ਮਿੰਟ ਬਣ ਜਾਂਦਾ, ਤੇ 1 ਮਿੰਟ ਦੇ ਵਿੱਚ ਇਹ ਪ੍ਰਕਾਸ਼ ਅੱਗੇ 3 ਲੱਖ ਨੂੰ ਆਪਾਂ 60 ਨਾਲ ਗੁਣਾ ਕਰ ਦਾਂਗੇ। ਤਾਂ ਇਸੇ ਪ੍ਰਕਾਰ ਇੱਕ ਫਿਰ ਮਿੰਟ ਨੂੰ ਅੱਗੇ 60 ਨਾਲ ਗੁਣਾ ਕਰ ਦਾਂਗੇ, ਜਿਹਦੇ ਨਾਲ 1 ਘੰਟਾ ਬਣ ਜੂਗਾ, ਤੇ ਉਧਰੋਂ 3 ਲੱਖ ਗੁਣਾ 60 ਹੋ ਜੂਗਾ। ਤੇ ਇਸੇ ਪ੍ਰਕਾਰ ਅੱਗੇ 1 ਘੰਟੇ ਤੋਂ 24 ਘੰਟਿਆਂ ਬਣਾ ਲਾਂਗੇ, ਜਿਹਦੇ ਨਾਲ 1 ਦਿਨ ਬਣ ਜੂ। ਤੇ ਇਸੇ ਪ੍ਰਕਾਰ ਅੱਗੇ ਚੱਲਦੇ ਚੱਲਦੇ 1 ਸਾਲ। ਤਾਂ ਇਹ ਦੇਖਿਆ ਜਾਂਦਾ ਕਿ ਪ੍ਰਕਾਸ਼ ਆ ਜੋ 1 ਸਾਲ ਦੇ ਵਿੱਚ ਕਿੰਨੀ ਦੂਰੀ ਤੈਅ ਕਰ ਲੈਂਦਾ, ਉਸ ਨੂੰ ਕਿਹਾ ਜਾਂਦਾ ਪ੍ਰਕਾਸ਼ ਸਾਲ। ਤਾਂ ਇਸੇ ਪ੍ਰਕਾਸ਼ ਦੀ ਇੱਕ ਕਿਰਨ 1 ਸਾਲ ਦੇ ਵਿੱਚ ਕਿੰਨਾ ਸਫ਼ਰ ਤੈਅ ਕਰ ਲੈਂਦੀ ਆ, ਉਸ ਨੂੰ ਕਿਹਾ ਜਾਂਦਾ ਪ੍ਰਕਾਸ਼ ਸਾਲ। ਤਾਂ ਇਸ ਪ੍ਰਕਾਰ ਤੁਸੀਂ 1 ਸੈਕਿੰਡ ਨੂੰ 3 ਲੱਖ ਦੇ ਬਰਾਬਰ ਰੱਖ ਕੇ ਤੇ ਅੱਗੇ 1 ਸਾਲ ਦੇ ਵਿੱਚ ਪ੍ਰਕਾਸ਼ ਕਿੰਨਾ ਸਫ਼ਰ ਤੈਅ ਕਰ ਜਾਂਦਾ, ਤਾਂ ਉਸ ਦੇ ਹਿਸਾਬ ਨਾਲ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਤਾਰੇ ਆਪਣੇ ਤੋਂ ਕਿੰਨੀ ਦੂਰ ਨੇ। ਤੇ ਜਦੋਂ ਇੰਨੀ ਦੂਰ ਨੇ, ਇਸੇ ਕਰਕੇ ਹੀ ਆਪਾਂ ਨੂੰ ਇਹ ਛੋਟੇ ਛੋਟੇ ਦਿਖਾਈ ਦਿੰਦੇ ਨੇਗੇ। ਤਾਰੇ ਜਿੰਨਾ ਜ਼ਿਆਦਾ ਦੂਰ ਹੋਊ ਤਾਂ ਉਸ ਦੇ ਪ੍ਰਕਾਸ਼ ਨੂੰ ਪਹੁੰਚਣ 'ਤੇ ਵੀ ਉਨੀ ਜ਼ਿਆਦਾ ਹੀ ਸਮਾਂ ਲੱਗਦਾ। ਤਾਂ ਜੇਕਰ ਆਪਾਂ ਸੂਰਜ ਦੀ ਗੱਲ ਕਰੀਏ ਤਾਂ ਸੂਰਜ ਦੀ ਰੌਸ਼ਨੀ ਧਰਤੀ 'ਤੇ 8 ਮਿੰਟ ਦੇ ਵਿੱਚ ਪਹੁੰਚਦੀ ਆ, ਪਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਈ ਕਿਤਾਬਾਂ ਦੇ ਵਿੱਚ ਉੱਥੇ ਇਹ ਦੂਰੀ 8 ਮਿੰਟ ਤੇ 28 ਸੈਕਿੰਡ ਲਿਖੀ ਹੋਈ ਹੈ, ਤੇ ਕਈ ਜਗ੍ਹਾ 8 ਮਿੰਟ 20 ਸੈਕਿੰਡ ਵੀ ਲਿਖੀ ਹੋਈ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਸੂਰਜ। ਤਾਂ ਜਿਵੇਂ ਕਿ ਆਪਾਂ ਦੇਖ ਹੀ ਚੁੱਕੇ ਹਾਂ ਕਿ ਤਾਰੇ ਆਪਣੇ ਤੋਂ ਧਰਤੀ ਤੋਂ ਕਿੰਨੀ ਦੂਰ ਨੇ, ਤੇ ਸੂਰਜ ਵੀ ਉਹਨਾਂ ਤਾਰਿਆਂ ਦੇ ਵਿੱਚੋਂ ਇੱਕੋ ਹੀ ਆ। ਤਾਂ ਇਹਨਾਂ ਤਾਰਿਆਂ ਦੀ ਦੂਰੀ ਆਪਾਂ ਪਹਿਲਾਂ ਹੀ ਪੜ੍ਹਿਆ ਵੀ ਕਿਲੋਮੀਟਰਾਂ ਦੇ ਵਿੱਚ ਦੱਸਣੀ ਬਹੁਤ ਜ਼ਿਆਦਾ ਮੁਸ਼ਕਿਲ ਹੈ, ਪਰ ਫਿਰ ਵੀ ਆਪਾਂ ਧਰਤੀ ਤੋਂ ਸੂਰਜ ਦੀ ਜੋ ਦੂਰੀ ਹੈ ਉਸ ਨੂੰ 15 ਕਰੋੜ ਕਿਲੋਮੀਟਰ ਮੰਨਿਆ ਗਿਆ। ਤਾਂ ਜੇਕਰ ਆਪਾਂ ਇਸ ਨੂੰ ਮਿਲੀਅਨ ਦੇ ਵਿੱਚ ਦੱਸਣਾ ਹੋਵੇ ਤਾਂ ਇਹ 150 ਮਿਲੀਅਨ ਕਿਲੋਮੀਟਰ ਬਣਦੇ ਨੇਗੇ। ਤੇ ਇਸ ਤੋਂ ਇਲਾਵਾ ਧਰਤੀ ਤੋਂ ਸੂਰਜ ਦੀ ਦੂਰੀ ਹੈ ਜੋ, ਉਸ ਨੂੰ 1 AU ਵੀ ਕਿਹਾ ਜਾਂਦਾ ਹੈ। AU ਤੋਂ ਭਾਵ ਹੁੰਦੀ ਹੈ ਐਸਟਰੋਨੋਮਿਕਲ ਯੂਨਿਟ। ਤੇ ਇਸ ਤੋਂ ਇਲਾਵਾ ਆਪਾਂ ਪਹਿਲਾਂ ਪੜ੍ਹ ਹੀ ਚੁੱਕੇ ਹਾਂ ਕਿ ਜੋ ਸੂਰਜ ਦੀ ਲਾਈਟ ਆ ਉਹ ਧਰਤੀ ਦੇ ਉੱਤੇ 8 ਮਿੰਟਾਂ ਦੇ ਵਿੱਚ ਪਹੁੰਚਦੀ ਹੈ। ਸਾਇੰਸਦਾਨਾਂ ਨੇ ਕੁਝ ਅਜਿਹੇ ਤਾਰਾ ਸਮੂਹ ਵੀ ਦੱਸੇ ਨੇ ਜਿਹੜੇ ਧਰਤੀ ਤੋਂ 200 ਕਰੋੜ ਪ੍ਰਕਾਸ਼ ਸਾਲ ਭਾਵ ਕਿ 200 ਕਰੋੜ ਲਾਈਟ ਈਅਰ ਦੂਰ ਨੇਗੇ। ਤਾਂ ਇਹਨਾਂ ਸਾਰੇ ਤਾਰਾ ਸਮੂਹਾਂ ਨੂੰ ਗਲੈਕਸੀ ਆਖਦੇ ਨੇ। ਤਾਂ ਬ੍ਰਹਿਮੰਡ ਦੇ ਵਿੱਚ ਇਹੋ ਜਿਹੀਆਂ 6000 ਮਿਲੀਅਨ ਲਗਭਗ 6 ਅਰਬ ਗਲੈਕਸੀਆਂ ਹਨ, ਤੇ ਇੱਕ ਗਲੈਕਸੀ ਦੇ ਵਿੱਚ ਕਈ ਲੱਖ ਮਿਲੀਅਨ ਤਾਰੇ ਹੁੰਦੇ ਹਨ। ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਬ੍ਰਹਿਮੰਡ ਦੇ ਵਿੱਚ ਕਿੰਨੇ ਤਾਰੇ ਹਨ। ਗਲੈਕਸੀ ਦੇ ਇੱਕ ਹਿੱਸਾ ਜਿਸ ਵਿੱਚ ਲਗਭਗ 1 ਖਰਬ ਭਾਵ ਕਿ 100 ਕਰੋੜ ਜਾਂ ਜਿਹਨੂੰ 100 ਬਿਲੀਅਨ ਵੀ ਕਹਿ ਸਕਦੇ ਹਾਂ ਤਾਰੇ ਤੇ ਗ੍ਰਹਿ ਹਨ, ਉਸ ਨੂੰ ਆਕਾਸ਼ ਗੰਗਾ ਜਾਂ ਮਿਲਕੀ ਵੇ ਆਖਦੇ ਨੇ। ਆਕਾਸ਼ ਗੰਗਾ ਦਾ ਇੱਕ ਹਿੱਸਾ ਜਿਹੜੇ 8 ਗ੍ਰਹਿਾਂ ਤੇ ਸੂਰਜ ਤੋਂ ਬਣਿਆ ਹੋਇਆ, ਉਸ ਹਿੱਸੇ ਨੂੰ ਸੂਰਜੀ ਪਰਿਵਾਰ ਜਾਂ ਸੌਰ ਮੰਡਲ ਜਾਂ ਸੋਲਰ ਸਿਸਟਮ ਆਖਿਆ ਜਾਂਦਾ। ਤਾਂ ਆਓ ਜੀ ਆਪਾਂ ਹੁਣ ਪੜ੍ਹਦੇ ਹਾਂ ਉਸ ਸੂਰਜੀ ਪਰਿਵਾਰ ਦੇ ਬਾਰੇ। ਤਾਂ ਇਸ ਸੂਰਜੀ ਪਰਿਵਾਰ ਦੇ ਵਿੱਚ 8 ਗ੍ਰਹਿ ਨੇ ਤੇ ਉਹਨਾਂ ਦੇ ਵੱਖੋ ਵੱਖਰੇ ਉਪਗ੍ਰਹਿ ਨੇ। ਤਾਂ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜੋ ਗ੍ਰਹਿ ਨੇ ਇਹਨਾਂ ਦੇ ਨਾਮ ਯੂਨਾਨੀ ਦੇਵੀ ਦੇਵਤਿਆਂ ਦੇ ਨਾਮਾਂ ਦੇ ਉੱਤੇ ਰੱਖੇ ਗਏ ਨੇ। ਤਾਂ ਇਹਨਾਂ 8 ਗ੍ਰਹਿਾਂ ਦੇ ਨਾਮ ਯਾਦ ਰੱਖਣੇ ਦਾ ਇੱਕ ਸ਼ਾਰਟਕਟ ਟ੍ਰਿਕ ਜਾਂ ਤਰੀਕਾ ਇਸ ਕਿਤਾਬ ਦੇ ਵਿੱਚ ਦਿੱਤਾ ਗਿਆ, ਜਿਵੇਂ ਮਾਈ ਵੈਰੀ ਐਫੀਸ਼ੀਐਂਟ ਮਦਰ ਜਸਟ ਸਰਵਡ ਅਸ ਨਟਸ। ਤਾਂ ਇੱਥੇ ਤੁਸੀਂ ਲਾ ਸਕਦੇ ਹੋ M ਤੋਂ ਮਰਕਰੀ ਬੁੱਧ ਗ੍ਰਹਿ, V ਤੋਂ ਵੀਨਸ ਸ਼ੁੱਕਰ ਗ੍ਰਹਿ, E ਤੋਂ ਅਰਥ ਧਰਤੀ, M ਤੋਂ ਮਾਰਸ ਤੇ J ਤੋਂ ਜੂਪੀਟਰ ਬ੍ਰਹਸਪਤੀ, S ਤੋਂ ਸੈਚਰਨ ਸ਼ਨੀ ਗ੍ਰਹਿ, U ਤੋਂ ਯੂਰੇਨਸ, N ਤੋਂ ਨੈਪਚੂਨ। ਤਾਂ ਇਹਨਾਂ ਸਾਰੇ ਗ੍ਰਹਿਾਂ ਦਾ ਜਨਮ ਸੂਰਜ ਤੋਂ ਹੋਇਆਗਾ। ਤਾਂ ਇਹਨਾਂ ਗ੍ਰਹਿਾਂ ਦੇ ਨਾਮ ਯੂਨਾਨੀ ਦੇਵੀ ਦੇਵਤਿਆਂ ਦੇ ਨਾਮ ਦੇ ਉੱਤੇ ਰੱਖੇ ਗਏ ਹਨ। ਤਾਂ ਇਹਨਾਂ ਦੇ ਵਿੱਚੋਂ ਪਹਿਲੇ 4 ਗ੍ਰਹਿ ਅੰਦਰੂਨੀ ਗ੍ਰਹਿ ਨੇ ਤੇ ਪਿੱਛੇ ਵਾਲੇ ਜੋ 4 ਨੇ ਉਹ ਬਾਹਰੀ ਗ੍ਰਹਿ ਨੇ। ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਇਨਰ ਪਲੈਨਟ ਤੇ ਬਾਹਰੀ ਗ੍ਰਹਿਾਂ ਨੂੰ ਆਊਟਰ ਪਲੈਨਟ ਕਿਹਾ ਜਾਂਦਾ। ਤਾਂ ਜਿਵੇਂ ਕਿ ਹੁਣ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਇਹਨਾਂ ਦੇ ਵਿੱਚ ਪਹਿਲੇ ਦੇ ਵਿੱਚ ਇਹਨਾਂ ਦੇ ਕਰਮਵਾਰ ਨੰਬਰ ਲਿਖੇ ਹੋਏ ਨੇ 1 ਤੋਂ ਲੈ ਕੇ 8 ਤੱਕ। ਦੂਸਰੇ ਕਾਲਮ ਦੇ ਵਿੱਚ ਗ੍ਰਹਿਾਂ ਦੇ ਨਾਮ ਦੱਸੇ ਗਏ ਨੇ, ਜਿਵੇਂ ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਸਪਤੀ, ਸ਼ਨੀ, ਯੂਰੇਨਸ ਤੇ ਨੈਪਚੂਨ। ਇਸ ਤੋਂ ਬਾਅਦ ਇਹਨਾਂ ਦਾ ਆਕਾਰ ਦੱਸਿਆ ਗਿਆ। ਆਕਾਰ ਨੂੰ ਵਿਆਸ ਜਾਂ ਡਾਇਆਮੀਟਰ ਦੇ ਆਧਾਰ ਤੇ ਦੱਸਿਆ ਗਿਆ। ਵਿਆਸ ਤੋਂ ਭਾਵ ਹੁੰਦਾਗਾ ਕਿਸੇ ਗੋਲੇ ਦੇ ਕੇਂਦਰੀ ਧੁਰੇ ਵਿੱਚ ਦੀ ਹੋ ਕੇ ਇੱਕ ਦੂਸਰੇ ਸਿਰੇ ਤੱਕ ਜਾਣ ਵਾਲੀ ਸਿੱਧੀ ਰੇਖਾ ਨੂੰ ਵਿਆਸ ਕਿਹਾ ਜਾਂਦਾ। ਤੇ ਇਸ ਤੋਂ ਬਾਅਦ ਅਗਲੇ ਕਾਲਮ ਦੇ ਵਿੱਚ ਸੂਰਜ ਤੋਂ ਦੂਰੀ ਦੱਸੀ ਗਈ ਹੈ 10 ਲੱਖ, ਜਿਸ ਤੋਂ 1 ਮਿਲੀਅਨ ਬਣਦਾ। ਤਾਂ ਇਹ ਜੋ ਦੂਰੀ ਹੈ ਇਹ ਮਿਲੀਅਨ ਕਿਲੋਮੀਟਰ ਦੇ ਵਿੱਚ ਦੱਸੀ ਗਈ ਹੈ। ਇਸ ਤੋਂ ਬਾਅਦ ਉਪਗ੍ਰਹਿਾਂ ਦੀ ਗਿਣਤੀ ਦੱਸੀ ਗਈ ਆ ਕਿ ਉਪਗ੍ਰਹਿ ਕਿੰਨੇ ਨੇ, ਹੈ ਆ ਜਾਂ ਨਹੀਂ ਹੈ।
ਉਹ ਵੀ ਦੱਸਿਆ ਗਿਆ ਨਾਲ। ਤੁਹਾਨੂੰ ਇੱਥੋਂ ਵੀ ਮੈਂ ਦੱਸਣਾ ਚਾਹੁੰਦਾ ਕਿ ਪਹਿਲੇ ਜੋ 4 ਗ੍ਰਹਿ ਨੇ ਬੁੱਧ, ਸ਼ੁੱਕਰ, ਧਰਤੀ ਤੇ ਮੰਗਲ, ਇਹ ਚਾਰੋਂ ਅੰਦਰੂਨੀ ਗ੍ਰਹਿ ਨੇ। ਬ੍ਰਹਸਪਤੀ, ਸ਼ਨੀ, ਯੂਰੇਨਸ ਤੇ ਨੈਪਚੂਨ ਇਹ ਚਾਰੋਂ ਕੀ ਨੇ? ਬਾਹਰੀ ਗ੍ਰਹਿ ਨੇਗੇ। ਇਹਨਾਂ ਦੀ ਜੋ ਇਹ ਵੰਡ ਕੀਤੀ ਗਈ ਆ, ਇਹ ਇਹਨਾਂ ਦੀ ਨੇਚਰ ਦੇ ਉੱਪਰ ਕੀਤੀ ਗਈ ਹੈ, ਕਿਉਂਕਿ ਜੋ ਪਹਿਲੇ 4 ਗ੍ਰਹਿ ਨੇਗੇ ਇਹ ਸਖਤ ਚਟਾਨਾਂ ਦੇ ਬਣੇ ਹੋਏ ਨੇ, ਤੇ ਜੋ ਬਾਹਰੀ ਗ੍ਰਹਿ ਨੇ ਬ੍ਰਹਸਪਤੀ, ਸ਼ਨੀ, ਯੂਰੇਨਸ ਤੇ ਨੈਪਚੂਨ ਇਹ ਗੈਸਾਂ ਦੇ ਬਣੇ ਹੋਏ ਨੇ। ਤਾਂ ਉਹ ਹੁਣ ਆਪਾਂ ਇਸ ਚਾਰਟ ਦੇ ਨੂੰ ਵਿਸਥਾਰ ਦੇ ਵਿੱਚ ਪੜ੍ਹਦੇ ਹਾਂ। ਤਾਂ ਸਭ ਤੋਂ ਪਹਿਲਾ ਗ੍ਰਹਿ ਹੈ ਜੀ ਬੁੱਧ ਗ੍ਰਹਿ, ਜਿਸ ਨੂੰ ਇੰਗਲਿਸ਼ ਦੇ ਵਿੱਚ ਮਰਕਰੀ ਕਿਹਾ ਜਾਂਦਾ, ਤੇ ਇਸ ਦਾ ਜੋ ਵਿਆਸ ਆ ਉਹ 4878 ਕਿਲੋਮੀਟਰ ਹੈ, ਤੇ ਇਸ ਦੀ ਜੋ ਸੂਰਜ ਤੋਂ ਦੂਰੀ ਹੈ ਉਹ 58 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦਾ ਕੋਈ ਵੀ ਉਪਗ੍ਰਹਿ ਨਹੀਂ ਹੈ। ਇਸ ਤੋਂ ਬਾਅਦ ਸ਼ੁੱਕਰ ਆ ਗਿਆ। ਸ਼ੁੱਕਰ ਦਾ ਵਿਆਸ ਆ ਉਹ 12103 ਕਿਲੋਮੀਟਰ ਹੈ, ਤੇ ਸੂਰਜ ਤੋਂ ਇਸ ਦੀ ਦੂਰੀ 108 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦਾ ਵੀ ਕੋਈ ਉਪਗ੍ਰਹਿ ਨਹੀਂ ਹੈ। ਇਸ ਤੋਂ ਬਾਅਦ ਆ ਗਿਆ ਧਰਤੀ। ਧਰਤੀ ਦਾ ਜੋ ਵਿਆਸ ਹੈ ਉਹ 12756 ਕਿਲੋਮੀਟਰ ਹੈ। ਸੂਰਜ ਤੋਂ ਇਸ ਦੀ ਦੂਰੀ 150 ਮਿਲੀਅਨ ਕਿਲੋਮੀਟਰ ਹੈ। ਤੁਸੀਂ ਇੱਥੇ 149 ਲਿਖਿਆ ਹੈਗਾ, ਤਾਂ ਤੁਸੀਂ ਇਸ ਨੂੰ 150 ਕਿਲੋਮੀਟਰ ਕਰ ਸਕਦੇ ਹੋ। ਤੇ ਇਸ ਦਾ ਇੱਕ ਉਪਗ੍ਰਹਿ ਆ ਜਿਸ ਨੂੰ ਚੰਦਰਮਾ ਕਿਹਾ ਜਾਂਦਾ। ਇਸ ਤੋਂ ਬਾਅਦ ਆ ਗਿਆ ਮੰਗਲ। ਤਾਂ ਮੰਗਲ ਨੂੰ ਇੰਗਲਿਸ਼ ਦੇ ਵਿੱਚ ਮਾਰਸ ਕਿਹਾ ਜਾਂਦਾ। ਇਸ ਦਾ ਜੋ ਵਿਆਸ ਆ ਉਹ 6786 ਕਿਲੋਮੀਟਰ ਹੈ, ਤੇ ਇਸ ਦੀ ਜੋ ਸੂਰਜ ਤੋਂ ਦੂਰੀ ਆ ਉਹ 227 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦੇ 2 ਉਪਗ੍ਰਹਿ ਨੇ ਜਿਨ੍ਹਾਂ ਦੇ ਨਾਮ ਹਨ ਡੀਮੋਸ ਤੇ ਫੋਬੋਸ। ਇਸ ਤੋਂ ਬਾਅਦ ਆ ਗਿਆ ਜੀ ਬ੍ਰਹਸਪਤੀ ਗ੍ਰਹਿ। ਬ੍ਰਹਸਪਤੀ ਗ੍ਰਹਿ 1,42,984 ਕਿਲੋਮੀਟਰ ਦਾ ਇਸ ਦਾ ਵਿਆਸ ਹੈ, ਤੇ ਇਸ ਦੀ ਜੋ ਸੂਰਜ ਤੋਂ ਦੂਰੀ ਆ ਉਹ 778 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦੇ ਉਪਗ੍ਰਹਿਾਂ ਦੀ ਗਿਣਤੀ 63 ਹੈ। ਉਪਗ੍ਰਹਿਾਂ ਦੇ ਵਿੱਚੋਂ ਸਭ ਤੋਂ ਵੱਡਾ ਜੋ ਉਪਗ੍ਰਹਿ ਆ ਉਸ ਦਾ ਨਾਮ ਜੈਨੀਮੇਡ ਆ, ਤੇ ਉਹ ਇਸੇ ਬ੍ਰਹਸਪਤੀ ਗ੍ਰਹਿ ਦਾ ਹੀ ਉਪਗ੍ਰਹਿ ਆ। ਇਸ ਤੋਂ ਬਾਅਦ ਅਗਲਾ ਆ ਗਿਆ ਜੀ ਸ਼ਨੀ ਦਾ ਜੋ ਵਿਆਸ ਆ ਉਹ 1,20,536 ਕਿਲੋਮੀਟਰ ਹੈ, ਤੇ ਸੂਰਜ ਤੋਂ ਦੂਰੀ ਇਸ ਦੀ 1,426 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦੇ ਜੋ ਉਪਗ੍ਰਹਿਾਂ ਦੀ ਗਿਣਤੀ ਆ ਉਹ 47 ਹੈ। ਇਸ ਤੋਂ ਬਾਅਦ ਆ ਗਿਆ ਜੀ ਯੂਰੇਨਸ। ਯੂਰੇਨਸ ਦਾ ਵਿਆਸ 51,118 ਕਿਲੋਮੀਟਰ ਹੈ, ਤੇ ਸੂਰਜ ਤੋਂ ਇਸ ਦੀ ਦੂਰੀ 2,870 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦੇ ਉਪਗ੍ਰਹਿਾਂ ਦੀ ਗਿਣਤੀ 27 ਹੈ। ਇਸ ਤੋਂ ਬਾਅਦ ਅਗਲਾ ਆ ਗਿਆ ਜੀ ਨੈਪਚੂਨ। ਨੈਪਚੂਨ ਦਾ ਵਿਆਸ 49,528 ਕਿਲੋਮੀਟਰ ਹੈ, ਤੇ ਇਸ ਦੀ ਸੂਰਜ ਤੋਂ ਦੂਰੀ 4,497 ਮਿਲੀਅਨ ਕਿਲੋਮੀਟਰ ਹੈ, ਤੇ ਇਸ ਦੇ ਉਪਗ੍ਰਹਿਾਂ ਦੀ ਗਿਣਤੀ 13। ਇਹਨਾਂ 8 ਗ੍ਰਹਿਾਂ ਤੋਂ ਇਲਾਵਾ ਇੱਕ ਹੋਰ ਗ੍ਰਹਿ ਜਿਸ ਨੂੰ ਪਲੂਟੋ ਕਿਹਾ ਜਾਂਦਾ ਸੀ, ਉਹ ਵੀ ਪਹਿਲਾਂ ਸੂਰਜੀ ਪਰਿਵਾਰ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ, ਪਰ 2006 ਦੇ ਵਿੱਚ ਉਸ ਨੂੰ ਡਰਾਫਟ ਪਲੈਨਟ ਕਹਿ ਕੇ, ਜਾਂ ਜਿਹਨੂੰ ਬੌਣਾ ਗ੍ਰਹਿ ਕਹਿ ਦਿੰਦੇ ਹੈਗੇ, ਸੂਰਜੀ ਪਰਿਵਾਰ ਦੇ ਵਿੱਚੋਂ ਅਲੱਗ ਕਰ ਦਿੱਤਾ ਗਿਆ। ਤੁਸੀਂ ਇਸ ਚਾਰਟ ਦੇ ਵਿੱਚ ਦੇਖ ਸਕਦੇ ਹੋ। ਤਾਂ ਇੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਸਭ ਤੋਂ ਜੋ ਵੱਡਾ ਗ੍ਰਹਿ ਆ ਉਹ ਬ੍ਰਹਸਪਤੀ ਗ੍ਰਹਿ ਆ, ਤੇ ਦੂਸਰੇ ਨੰਬਰ ਤੇ ਸ਼ਨੀ, ਤੀਸਰੇ ਨੰਬਰ ਤੇ ਯੂਰੇਨਸ, ਤੇ ਚੌਥੇ ਨੰਬਰ ਤੇ ਨੈਪਚੂਨ ਆਉਂਦਾ, ਤੇ ਇਸ ਤੋਂ ਬਾਅਦ 5ਵੇਂ ਨੰਬਰ ਤੇ ਆਪਣੀ ਧਰਤੀ ਹੈ। ਇਹ ਜੋ ਜਿੰਨੇ ਵੀ ਗ੍ਰਹਿ ਨੇ ਇਹਨਾਂ ਦੀ ਆਪਣੀ ਕੋਈ ਰੌਸ਼ਨੀ ਜਾਂ ਗਰਮੀ ਨਹੀਂ ਹੁੰਦੀ, ਇਹ ਸਾਰੀ ਰੌਸ਼ਨੀ ਤੇ ਗਰਮੀ ਸੂਰਜ ਤੋਂ ਪ੍ਰਾਪਤ ਕਰਦੇ ਨੇ। ਸੂਰਜ ਬਹੁਤ ਵੱਡਾ ਤੇ ਅਤਿਅੰਤ ਗਰਮ ਹੈ, ਪਰੰਤੂ ਧਰਤੀ ਬਹੁਤ ਜ਼ਿਆਦਾ ਦੂਰ ਹੋਣ ਕਰਕੇ ਆਪਾਂ ਨੂੰ ਇਸ ਦੀ ਜੋ ਗਰਮੀ ਆ ਉਹ ਮਹਿਸੂਸ ਨਹੀਂ ਹੁੰਦੀ। ਤਾਂ ਹੁਣ ਕੁਝ ਬੱਚੇ ਸੋਚਦੇ ਹੋਣਗੇ ਕਿ ਇਹ ਸੂਰਜ ਕਿੱਥੋਂ ਆਇਆ, ਕਿਵੇਂ ਬਣਿਆ। ਵਿਗਿਆਨੀਆਂ ਦਾ ਇਹ ਵਿਸ਼ਵਾਸ ਹੈ ਕਿ ਸੂਰਜ ਘੁੰਮਦੇ ਗੈਸੀ ਬੱਦਲ, ਜਿਨ੍ਹਾਂ ਨੂੰ ਨੈਬੂਲਾ ਕਿਹਾ ਜਾਂਦਾ, ਉਸ ਤੋਂ ਬਣਿਆ। ਸੂਰਜ ਤੇ ਬਾਕੀ ਗ੍ਰਹਿ ਵੀ ਇਸ ਗੈਸੀ ਬੱਦਲਾਂ ਤੋਂ ਹੀ ਬਣੇ ਹਨ, ਤੇ ਗੁਰਤਾ ਸ਼ਕਤੀ ਕਰਕੇ ਇਹਨਾਂ ਸਾਰਿਆਂ ਦੀ ਉਤਪਤੀ ਹੋਈ ਮੰਨੀ ਜਾਂਦੀ ਹੈ। ਤੇ ਕਈ ਮਿਲੀਅਨ ਸਾਲਾਂ ਤੋਂ ਇਹ ਧੂੜ ਤੇ ਗੈਸ ਦੇ ਗੋਲੇ ਸੂਰਜ ਦੁਆਲੇ ਘੁੰਮਦੇ ਰਹੇ, ਤੇ ਸੂਰਜ ਜ਼ਿਆਦਾ ਭਾਰੀ ਤੇ ਵੱਡਾ ਹੋਣ ਕਰਕੇ ਆਪਣੀ ਤਾਕਤ ਨਾਲ ਇਹਨਾਂ ਸਾਰਿਆਂ ਗ੍ਰਹਿਾਂ ਦੀ ਹਿਲਜੁਲ ਨੂੰ ਦੂਰੋਂ ਹੀ ਕੰਟਰੋਲ ਕਰਦਾ ਰਿਹਾ। ਤਾਂ ਜਿਸ ਸ਼ਕਤੀ ਦੇ ਨਾਲ ਸੂਰਜ ਦੂਸਰੇ ਗ੍ਰਹਿਾਂ ਨੂੰ ਕੰਟਰੋਲ ਕਰਦਾ ਰਿਹਾ, ਉਸ ਨੂੰ ਗੁਰਤਾ ਸ਼ਕਤੀ ਕਿਹਾ ਜਾਂਦਾ ਜਾਂ ਗ੍ਰੈਵਿਟੀ ਫੋਰਸ ਕਿਹਾ ਜਾਂਦਾ। ਤਾਂ ਪੁਲਾੜ ਦੇ ਵਿੱਚ ਸਾਰੇ ਗ੍ਰਹਿ ਸੂਰਜ ਦੇ ਦੁਆਲੇ ਚੱਕਰ ਲਾਉਂਦੇ ਨੇ, ਤੇ ਇਹਨਾਂ ਸਾਰਿਆਂ ਦਾ ਆਪੋ ਆਪਣਾ ਇੱਕ ਰਸਤਾ ਬਣਿਆ ਹੋਇਆ ਹੈ, ਤੇ ਉਸ ਰਸਤੇ ਨੂੰ ਗ੍ਰਹਿ ਪੰਧ ਕਿਹਾ ਜਾਂਦਾ। ਤੇ ਸਾਰੇ ਗ੍ਰਹਿਾਂ ਦੀ ਆਪੋ ਆਪਣੀ ਗਤੀ ਹੈ ਜਾਂ ਆਪੋ ਆਪਣੀ ਸਪੀਡ ਹੈ, ਜਿਸ ਦੇ ਨਾਲ ਉਹ ਸੂਰਜ ਦੁਆਲੇ ਚੱਕਰ ਲਾਉਂਦੇ ਨੇ। ਇਸੇ ਸਪੀਡ ਦੇ ਕਰਕੇ ਹੀ ਹਰੇਕ ਗ੍ਰਹਿ ਦਾ ਸੂਰਜ ਦੁਆਲੇ ਚੱਕਰ ਪੂਰਾ ਕਰਨ ਦਾ ਸਮਾਂ ਵੱਖੋ ਵੱਖਰਾ, ਕਿ ਜਿੰਨੇ ਵੀ ਗ੍ਰਹਿ ਨੇ ਉਹ ਗ੍ਰਹਿ ਪੰਧ ਦੇ ਉੱਤੇ ਸੂਰਜ ਦੁਆਲੇ ਚੱਕਰ ਇੱਕੋ ਦਿਸ਼ਾ ਦੇ ਵਿੱਚ ਲਾ ਰਹੇ ਨੇ, ਭਾਵ ਕਿ ਸਾਰੇ ਪੱਛਮ ਤੋਂ ਪੂਰਬ ਵੱਲ ਨੂੰ ਘੁੰਮ ਰਹੇ ਨੇ। ਪਰ ਕੇਵਲ ਇੱਕ ਗ੍ਰਹਿ ਸ਼ੁੱਕਰ ਜਾਂ ਵੀਨਸ, ਜੋ ਕਿ ਹੈਗਾ ਪੂਰਬ ਤੋਂ ਪੱਛਮ ਵੱਲ ਨੂੰ ਘੁੰਮ ਰਿਹਾ। ਹਰੇਕ ਗ੍ਰਹਿ
ਸੂਰਜ ਦੁਆਲੇ ਪਰਿਕਰਮਾ ਜਾਂ ਸੂਰਜ ਦੁਆਲੇ ਚੱਕਰ ਪੂਰਾ ਕਰਨ ਦੇ ਵਿੱਚ ਵੱਖੋ ਵੱਖਰਾ ਸਮਾਂ ਲੈਂਦਾ। ਇਹ ਜੋ ਸਾਡੀ ਧਰਤੀ ਹੈ ਇਹ ਸੂਰਜ ਦੁਆਲੇ ਆਪਣੀ ਪਰਿਕਰਮਾ ਜਾਂ ਚੱਕਰ ਪੂਰਾ ਕਰਨ ਦੇ ਲਈ 365 ਸਹੀ 1/4 ਦਿਨ ਲੈਂਦੀ ਹੈ। ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜਲਾ ਗ੍ਰਹਿ ਆ, ਜਿਸ ਦੇ ਕਰਕੇ ਉਹ ਆਪਣੀ ਪਰਿਕਰਮਾ ਜਲਦੀ ਪੂਰੀ ਕਰ ਲੈਂਦਾ। ਉਹ ਸਿਰਫ 88 ਦਿਨਾਂ ਦੇ ਵਿੱਚ ਹੀ ਆਪਣਾ ਚੱਕਰ ਪੂਰਾ ਕਰ ਲੈਂਦਾ। ਪਹਿਲਾਂ ਲੋਕ ਧਰਤੀ ਨੂੰ ਸੂਰਜੀ ਪਰਿਵਾਰ ਦਾ ਕੇਂਦਰ ਮੰਨਦੇ ਸਨ ਤੇ ਇਹ ਮੰਨਿਆ ਜਾਂਦਾ ਸੀ ਕਿ ਜੋ ਸੂਰਜ ਹੈ ਉਹ ਧਰਤੀ ਦੇ ਆਲੇ ਦੁਆਲੇ ਪਰਿਕਰਮਾ ਕਰ ਰਿਹਾ ਜਾਂ ਧਰਤੀ ਦੇ ਆਲੇ ਦੁਆਲੇ ਚੱਕਰ ਕੱਟ ਰਿਹਾ। ਤੇ ਜੇਕਰ ਆਪਾਂ ਦੇਖਿਆ ਜਾਵੇ ਆਪਾਂ ਨੂੰ ਮਹਿਸੂਸ ਵੀ ਇਹੀ ਹੁੰਦਾ, ਕਿਉਂਕਿ ਆਪਾਂ ਦੇਖਦੇ ਹਾਂ ਕਿ ਸੂਰਜ ਪੂਰਬ ਦੇ ਵਿੱਚ ਚੜ੍ਹ ਜਾਂਦਾ ਤੇ ਪੱਛਮ ਦੇ ਵਿੱਚ ਜਾ ਕੇ ਛਿਪ ਜਾਂਦਾ। ਤੇ ਆਪਣੀਆਂ ਜੋ ਕਿਤਾਬਾਂ ਨੇ ਉਹਨਾਂ ਦੇ ਵਿੱਚ ਵੀ ਪਹਿਲਾਂ ਇਹੀ ਪੜ੍ਹਾਇਆ ਜਾਂਦਾ ਗਾ ਕਿ ਸੂਰਜ ਪੂਰਬ ਦੇ ਵਿੱਚ ਉੱਗਦਾ ਤੇ ਪੱਛਮ ਦੇ ਵਿੱਚ ਛਿਪਦਾ ਗਾ। ਪਰ ਕੋਪਰਨਿਕਸ, ਗੈਲੀਲੀਓ ਵਰਗੇ ਵਿਗਿਆਨੀਆਂ ਨੇ ਇਸ ਵਿਚਾਰ ਦਾ ਖੰਡਨ ਕੀਤਾ ਤੇ ਦੱਸਿਆ ਕਿ ਸੂਰਜ ਜੋ ਇਹ ਪੂਰੇ ਸੂਰਜੀ ਪਰਿਵਾਰ ਆ ਉਸ ਦਾ ਕੇਂਦਰ ਹੈਗਾ ਤੇ ਧਰਤੀ ਤੇ ਜੋ ਬਾਕੀ ਗ੍ਰਹਿ ਨੇ ਉਹ ਸੂਰਜ ਦੁਆਲੇ ਚੱਕਰ ਕੱਟਦੇ ਨੇ। ਤੇ ਜੇਕਰ ਆਪਾਂ ਹੁਣ ਦੀ ਗੱਲ ਕਰੀਏ ਤਾਂ ਹੁਣ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਦੇਖ ਕੇ ਇਸ ਦੀਆਂ ਵੀਡੀਓ ਜਾਂ ਇਸ ਨੂੰ ਪ੍ਰੈਕਟੀਕਲੀ ਦਿਖਾ ਚੁੱਕੇ ਨੇ ਕਿ ਧਰਤੀ ਸੂਰਜ ਦੇ ਦੁਆਲੇ ਚੱਕਰ ਕੱਟ ਰਹੀ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਉਪਗ੍ਰਹਿ ਜਾਂ ਸੈਟੇਲਾਈਟਸ। ਉਪਗ੍ਰਹਿ ਉਹਨਾਂ ਆਕਾਸ਼ੀ ਗੋਲਿਆਂ ਜਾਂ ਖਗੋਲੀ ਪਿੰਡਾਂ ਨੂੰ ਆਖਦੇ ਨੇ ਜਿਹੜੇ ਗ੍ਰਹਿਾਂ ਦੁਆਲੇ ਚੱਕਰ ਲਾਉਂਦੇ ਨੇ। ਗ੍ਰਹਿ ਸੂਰਜ ਦੁਆਲੇ ਘੁੰਮਦੇ ਨੇ ਤੇ ਉਪਗ੍ਰਹਿ ਗ੍ਰਹਿਾਂ ਦੁਆਲੇ ਘੁੰਮਦੇ ਨੇ। ਤਾਂ ਜਿਵੇਂ ਕਿ ਆਪਾਂ ਚਾਰਟ ਦੇ ਵਿੱਚ ਪਹਿਲਾਂ ਵੀ ਪੜ੍ਹਿਆ ਸੀ ਕਿ ਧਰਤੀ ਦਾ ਵੀ ਇੱਕ ਉਪਗ੍ਰਹਿ ਆ ਜਿਸ ਨੂੰ ਚੰਦਰਮਾ, ਮੂਨ ਕਿਹਾ ਜਾਂਦਾ। ਤਾਂ ਇਸ ਪ੍ਰਕਾਰ ਸੂਰਜੀ ਪਰਿਵਾਰ ਦੇ ਵਿੱਚ ਉਪਗ੍ਰਹਿਾਂ ਦੀ ਗਿਣਤੀ ਚੰਨ ਨੂੰ ਮਿਲਾ ਕੇ 150 ਬਣਦੀ ਹੈ। ਤਾਂ ਇਹ ਜੋ ਉਪਗ੍ਰਹਿ ਨੇ ਇਹ ਆਪਣੇ ਗ੍ਰਹਿਾਂ ਦੀ ਪਰਿਕਰਮਾ ਕਰਦੇ ਕਰਦੇ ਸੂਰਜ ਦੀ ਪਰਿਕਰਮਾ ਵੀ ਨਾਲ ਹੀ ਕਰਦੇ ਹਨ। ਆਰੀਆਭੱਟ ਭਾਰਤ ਦਾ ਪਹਿਲਾ ਉਪਗ੍ਰਹਿ ਸੀ ਜੋ 1975 ਦੇ ਵਿੱਚ ਪੁਲਾੜ ਦੇ ਵਿੱਚ ਛੱਡਿਆ ਗਿਆ ਸੀ। ਤਾਂ ਭਾਰਤ ਦੀ ਇੱਕ ਸੰਸਥਾ ਜਿਸ ਨੂੰ ਇਸਰੋ ਕਿਹਾ ਜਾਂਦਾ ISRO, ਜੋ ਕਿ ਇਸ ਪੁਲਾੜ ਦੇ ਨਾਲ ਸੰਬੰਧਿਤ ਹੈ। ਇਸ ਦੀ ਫੁੱਲ ਫਾਰਮ ਹੈ ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ। ਤਾਂ ਹੁਣ ਤੁਸੀਂ ਇੱਕ ਸਵਾਲ ਦਾ ਜਵਾਬ ਪਤਾ ਕਰਨਾ, ਜੋ ਪਿਛਲੇ ਸਮੇਂ ਦੇ ਵਿੱਚ ਜੋ ਭਾਰਤ ਨੇ ਲਾਸਟ ਭਾਰਤੀ ਉਪਗ੍ਰਹਿ ਛੱਡਿਆ ਉਸ ਦਾ ਨਾਮ ਪਤਾ ਕਰਨਾ ਤੇ ਉਸ ਉਪਗ੍ਰਹਿ ਦਾ ਨਾਮ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਨੀਚੇ ਲਿਖਣਾ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਚੰਨ। ਚੰਨ ਧਰਤੀ ਦਾ ਕੁਦਰਤੀ ਉਪਗ੍ਰਹਿ ਆ ਤੇ ਧਰਤੀ ਦੇ ਬਹੁਤ ਜ਼ਿਆਦਾ ਨਜ਼ਦੀਕ ਹੋਣ ਕਰਕੇ ਇਹ ਧਰਤੀ ਦੀ ਗੁਰਤਾ ਸ਼ਕਤੀ ਕਰਕੇ ਧਰਤੀ ਦੇ ਆਲੇ ਦੁਆਲੇ ਘੁੰਮਦਾ ਤੇ ਇਸ ਤੋਂ ਇਲਾਵਾ ਇਹ ਆਪਣੀ ਧੁਰੀ ਦੁਆਲੇ ਵੀ ਘੁੰਮਦਾ। ਇਹ ਧਰਤੀ ਦੀ ਪਰਿਕਰਮਾ 27 ਦਿਨਾਂ ਦੇ ਵਿੱਚ ਕਰਦਾ ਤੇ ਆਪਣੇ ਧੁਰੇ ਦੇ ਦੁਆਲੇ ਪਰਿਕਰਮਾ 7 ਘੰਟਿਆਂ ਦੇ ਵਿੱਚ ਪੂਰੀ ਕਰਦਾ। ਤੇ 7 ਘੰਟਿਆਂ ਦੇ ਵਿੱਚ ਪਰਿਕਰਮਾ ਪੂਰੀ ਕਰਨ ਦੇ ਕਾਰਨ ਆਪਾਂ ਨੂੰ ਹਰ ਵਾਰੀ ਜੇਕਰ ਤੁਸੀਂ ਚੰਨ ਨੂੰ ਦੇਖੋ ਤਾਂ ਤੁਹਾਨੂੰ ਚੰਨ ਦੀ ਇੱਕ ਸਾਈਡ ਹੀ ਦਿਖਾਈ ਦਿੰਦੀ ਹੈ, ਕਿਉਂਕਿ ਜਦੋਂ ਨੂੰ ਆਪਣੇ ਇੱਥੇ ਰਾਤ ਹੁੰਦੀ ਆ ਉਦੋਂ ਤੱਕ ਚੰਨ ਆਪਣੀ ਧੁਰੀ ਦੁਆਲੇ ਇੱਕ ਪਰਿਕਰਮਾ ਪੂਰੀ ਕਰ ਲੈਂਦਾ ਤੇ ਜਿਸ ਦੇ ਕਰਕੇ ਹਰ ਵਾਰੀ ਆਪਾਂ ਨੂੰ ਚੰਨ ਦੀ ਇੱਕ ਸਾਈਡ ਹੀ ਦਿਖਾਈ ਦਿੰਦੀ ਹੈ। ਚੰਨ ਧਰਤੀ ਤੋਂ ਲਗਭਗ 3,84,400 ਕਿਲੋਮੀਟਰ ਦੂਰ ਹੈ ਤੇ ਇਸ ਦੂਰੀ ਕਰਕੇ ਇਹ ਬਹੁਤ ਛੋਟਾ ਨਜ਼ਰ ਆਉਂਦਾ। ਤੇ ਚੰਨ ਦੀ ਉਤਪਤੀ ਬਾਰੇ ਵਿਗਿਆਨੀ ਨੇ ਜੋ ਉਹਨਾਂ ਦੇ ਵਿੱਚ ਕੋਈ ਇੱਕ ਮਤ ਨਹੀਂ ਹੈ, ਉਹਨਾਂ ਦੇ ਵੱਖੋ ਵੱਖਰੇ ਵਿਚਾਰ ਨੇ। ਪਹਿਲਾਂ ਲੋਕ ਇਹ ਮੰਨਦੇ ਸਨ ਕਿ ਧਰਤੀ ਦਾ ਹੀ ਹਿੱਸਾ, ਤੇ ਜਦੋਂ ਖਗੋਲ ਵਿਗਿਆਨੀਆਂ ਨੇ ਚੰਨ ਤੇ ਪਹੁੰਚ ਕੇ ਇਸ ਦੀ ਮਿੱਟੀ ਦੇ ਨਮੂਨੇ ਲਿਆਂਦੇ ਤਾਂ ਉਹ ਧਰਤੀ ਦੇ ਨਾਲ ਮੇਲ ਨਹੀਂ ਖਾਂਦੇ ਸਨ, ਜਿਸ ਤੋਂ ਇਹ ਗਲਤ ਸਾਬਤ ਹੋਇਆ ਕਿ ਚੰਨ ਧਰਤੀ ਦਾ ਹੀ ਹਿੱਸਾ ਹੈ। ਹਾਲਾਂਕਿ ਚੰਨ ਤੇ ਧਰਤੀ ਇੱਕੋ ਸਮੇਂ ਹੋਂਦ ਦੇ ਵਿੱਚ ਆਏ ਲੱਗਦੇ ਹਨ। ਅਪੋਲੋ ਪ੍ਰੋਜੈਕਟ ਰਾਹੀਂ ਹੋਈਆਂ ਆਕਾਸ਼ੀ ਯਾਤਰਾਵਾਂ ਕਾਰਨ ਅਸੀਂ ਬਾਕੀ ਹੋਰ ਖਗੋਲ ਪਿੰਡਾਂ ਨਾਲੋਂ ਚੰਨ ਬਾਰੇ ਜ਼ਿਆਦਾ ਜਾਣਨ ਲੱਗ ਪਏ ਹਾਂ, ਕਿਉਂਕਿ ਹੁਣ ਤੱਕ ਚੰਨ ਦੇ ਉੱਤੇ ਬਹੁਤ ਸਾਰੇ ਲੋਕ ਜਾ ਚੁੱਕੇ ਹਨ ਤੇ ਜਿਸ ਦੇ ਕਰਕੇ ਚੰਨ ਦੇ ਬਾਰੇ ਆਪਾਂ ਨੂੰ ਜ਼ਿਆਦਾ ਜਾਣਕਾਰੀ ਮਿਲ ਚੁੱਕੀ ਹੈ। ਸਭ ਤੋਂ ਪਹਿਲੀ ਵਾਰ ਜਿਨ੍ਹਾਂ ਨੇ ਚੰਨ ਦੀ ਸਤ੍ਹਾ ਦੇ ਉੱਤੇ ਪੈਰ ਰੱਖਿਆ ਸੀ ਜਾਂ ਚੰਨ ਦੇ ਉੱਤੇ ਪਹੁੰਚੇ ਸੀ ਉਹਨਾਂ ਦੇ ਵਿੱਚ ਹਨ ਨੀਲ ਆਰਮਸਟਰੋਂਗ, ਐਡਵਿਨ ਐਲਡਰਿਨ। ਇਹ 21 ਜੁਲਾਈ 1969 ਨੂੰ ਸਭ ਤੋਂ ਪਹਿਲਾਂ ਚੰਨ ਦੀ ਸਤ੍ਹਾ ਦੇ ਉੱਤੇ ਇਹਨਾਂ ਨੇ ਪੈਰ ਰੱਖੇ। ਉੱਥੇ ਪਹਾੜ ਤੇ ਘਾਟੀਆਂ ਮਿਲਦੀਆਂ ਹਨ। ਸਾਡੀ ਧਰਤੀ ਵਾਂਗ ਚੰਨ ਦੀ ਵੀ ਆਪਣੀ ਕੋਈ ਰੌਸ਼ਨੀ ਨਹੀਂ ਹੈ, ਸਗੋਂ ਇਹ ਸੂਰਜ ਦੀ ਰੌਸ਼ਨੀ ਨੂੰ ਹੀ ਪਰਿਵਰਤਿਤ ਕਰਕੇ ਜਾਂ ਰਿਫਲੈਕਟ ਕਰਕੇ ਧਰਤੀ ਤੱਕ ਪਹੁੰਚਾਉਂਦਾ ਹੈ ਤੇ ਜਿਸ ਕਰਕੇ ਆਪਾਂ ਨੂੰ ਚੰਨ ਚਮਕਦਾ ਦਿਖਾਈ ਦਿੰਦਾ ਹੈ। ਚੰਨ ਧਰਤੀ ਦੇ ਦੁਆਲੇ ਘੁੰਮਦਾ ਹੈ ਤੇ ਜਿਸ ਦੇ ਕਰਕੇ ਸੂਰਜ ਦੇ ਸਾਹਮਣੇ ਇਸ ਦੀ ਸਥਿਤੀ ਹਰ ਰੋਜ਼ ਬਦਲ ਜਾਂਦੀ ਹੈ। ਚੰਨ ਨਾ ਤਾਂ ਆਪ ਵੱਡਾ ਹੁੰਦਾ ਤੇ ਨਾ ਹੀ ਛੋਟਾ ਹੁੰਦਾ ਹੈ। ਬਸ ਜਦੋਂ ਸੂਰਜ ਦੇ ਸਾਹਮਣੇ ਇਸ ਦੀ ਸਥਿਤੀ ਦੇ ਵਿੱਚ ਤਬਦੀਲੀ ਆ ਜਾਂਦੀ ਹੈ ਤਾਂ ਉਸ ਦੇ ਉੱਤੇ ਰੌਸ਼ਨੀ ਸਾਰੇ ਚੰਨ ਦੇ ਉੱਤੇ ਨਹੀਂ ਪੈਂਦੀ ਤੇ ਜਿੰਨੇ ਹਿੱਸੇ ਦੇ ਉੱਤੇ ਰੌਸ਼ਨੀ ਪੈਂਦੀ ਹੈ ਉਹ ਉਨੀ ਰੌਸ਼ਨੀ ਪਰਿਵਰਤਿਤ ਕਰਕੇ ਧਰਤੀ ਦੇ ਉੱਤੇ ਭੇਜਦਾ ਤੇ ਜਿਸ ਦੇ ਕਰਕੇ ਆਪਾਂ ਨੂੰ ਕਦੇ ਚੰਨ ਅੱਧਾ ਦਿਖਾਈ ਦਿੰਦਾ, ਕਦੇ ਪੂਰਾ ਦਿਖਾਈ ਦਿੰਦਾ।
ਜਿਸ ਦਿਨ ਚੰਨ ਸੂਰਜ ਦੇ ਸਾਹਮਣੇ ਹੁੰਦਾ ਤੇ ਜਿਸ ਦੇ ਕਰਕੇ ਉਸ ਦਾ ਜੋ ਅੱਗੇ ਵਾਲਾ ਹਿੱਸਾ ਉਹ ਚਮਕ ਰਿਹਾ ਹੁੰਦਾ ਤੇ ਜੋ ਪਿੱਛੇ ਦਾ ਹਿੱਸਾ ਹੁੰਦਾ ਉੱਥੇ ਹਨੇਰਾ ਹੁੰਦਾ ਤੇ ਜਿਸ ਦੇ ਕਰਕੇ ਆਪਾਂ ਨੂੰ ਉਹ ਚੰਨ ਉਸ ਦਿਨ ਨਹੀਂ ਦਿਖਾਈ ਦਿੰਦਾ ਤਾਂ ਉਸ ਸਥਿਤੀ ਨੂੰ ਮੱਸਿਆ ਆਖਿਆ ਜਾਂਦਾ। ਹੌਲੀ ਹੌਲੀ ਚੰਨ ਤੇ ਦਾਤੀ ਦੇ ਵਾਂਗ ਵਧਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਇਹ ਆਪਾਂ ਨੂੰ ਹੌਲੀ ਹੌਲੀ ਵੱਧਦਾ ਪੂਰਾ ਚੰਨ ਦਿਖਾਈ ਦੇਣ ਲੱਗ ਜਾਂਦਾ ਤੇ ਜਿਸ ਨੂੰ ਕਿ ਆਪਾਂ ਪੂਰਨਮਾਸ਼ੀ ਕਹਿੰਦੇ ਆ। ਤੇ ਇਹ ਸਥਿਤੀ 15 ਦਿਨਾਂ ਬਾਅਦ ਹੁੰਦੀ ਆ। 15 ਦਿਨਾਂ ਬਾਅਦ ਆਪਾਂ ਨੂੰ ਪੂਰਾ ਚੰਨ ਦਿਖਾਈ ਦਿੰਦਾ ਤੇ ਇਸੇ ਤਰ੍ਹਾਂ ਫਿਰ 15 ਦਿਨਾਂ ਬਾਅਦ ਪੂਰਨਮਾਸ਼ੀ ਤੋਂ ਬਾਅਦ ਫਿਰ ਚੰਨ ਘਟਣਾ ਸ਼ੁਰੂ ਹੋ ਜਾਂਦਾ ਤੇ ਘਟਦਾ ਤੇ 15 ਦਿਨਾਂ ਬਾਅਦ ਪੂਰੀ ਤਰ੍ਹਾਂ ਅਲੋਪ ਹੋ ਜਾਂਦਾ, ਜਿਸ ਦੇ ਕਰਕੇ ਫਿਰ ਮੱਸਿਆ ਆ ਜਾਂਦੀ ਹੈ। ਇਹ ਪਰਿਕਰਮਾ ਇਸੇ ਪ੍ਰਕਾਰ ਚੱਲਦੀ ਰਹਿੰਦੀ ਆ ਤੇ ਇਸ ਨੂੰ ਪੂਰੇ ਹੋਣ ਤੇ 29 ਦਿਨ ਤੇ 12 ਘੰਟਿਆਂ ਦਾ ਸਮਾਂ ਲੱਗਦਾ। ਚੰਨ ਦੀ ਜੋ ਰੌਸ਼ਨੀ ਆ ਉਹ ਧਰਤੀ ਦੇ ਉੱਤੇ ਰਿਫਲੈਕਟ ਹੋ ਕੇ 1.28 ਸੈਕਿੰਡ ਦੇ ਵਿੱਚ ਪਹੁੰਚਦੀ ਹੈ। ਤੇ ਜੇਕਰ ਆਪਾਂ ਆਕਾਰ ਦੇ ਵਿੱਚ ਗੱਲ ਕਰੀਏ ਤਾਂ ਉਪਗ੍ਰਹਿਾਂ ਦੇ ਵਿੱਚੋਂ ਚੰਦਰਮਾ ਦਾ ਵੀ 5ਵਾਂ ਹੀ ਸਥਾਨ ਹੈ। ਜਿਵੇਂ ਕਿ ਧਰਤੀ ਦਾ ਗ੍ਰਹਿਾਂ ਦੇ ਵਿੱਚੋਂ 5ਵੇਂ ਸਥਾਨ ਦੇ ਉੱਤੇ ਆ, ਤਾਂ ਉਸੇ ਪ੍ਰਕਾਰ ਜੇਕਰ ਉਪਗ੍ਰਹਿਾਂ ਦੇ ਵਿੱਚੋਂ ਗੱਲ ਕਰੀਏ ਤਾਂ ਸਭ ਤੋਂ ਵੱਡਾ ਆਪਾਂ ਕੀਤਾ ਸੀ ਜੈਨੀਮੇਡ, ਜੋ ਕਿ ਬ੍ਰਹਿਸਪਤੀ ਗ੍ਰਹਿ ਦਾ ਉਪਗ੍ਰਹਿ ਆ। ਤਾਂ ਉਸੇ ਪ੍ਰਕਾਰ ਚੱਲਦੇ ਜੋ 5ਵੇਂ ਨੰਬਰ ਤੇ ਚੰਦਰਮਾ ਦਾ ਸਥਾਨ ਆਉਂਦਾ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਪੂਛਲ ਤਾਰੇ, ਕੋਮੈਟਸ। ਪੂਛਲ ਤਾਰੇ ਬੜੇ ਹੀ ਅਦਭੁਤ ਆਕਾਸ਼ੀ ਪਿੰਡ ਹਨ। ਇਹ ਗ੍ਰਹਿਾਂ ਦੇ ਨਾਲੋਂ ਭਿੰਨ ਦਿਖਾਈ ਦਿੰਦੇ ਹਨ। ਇਹ ਜੋ ਪੂਛਲ ਤਾਰੇ ਨੇ ਇਹ ਨਵੇਲੀ ਤੱਤਾਂ, ਗੈਸਾਂ, ਧੂੜ, ਮਿੱਟੀ ਆਦਿ ਦਾ ਤੋਂ ਮਿਲ ਕੇ ਬਣੇ ਹੁੰਦੇ ਹਨ ਤੇ ਇਹ ਤਾਰਿਆਂ ਦੀ ਤਰ੍ਹਾਂ ਦਿਖਾਈ ਦਿੰਦੇ ਨੇ। ਤਾਂ ਇਹ ਕਦੇ ਕਦਾਈ ਅਚਾਨਕ ਹੀ ਵੇਖਣ ਵਿੱਚ ਆਉਂਦੇ ਹਨ। ਇਹਨਾਂ ਦੇ ਪਿੱਛੇ ਰੌਸ਼ਨੀ ਦੀ ਲੰਬੀ ਪੂੰਛ ਨਜ਼ਰ ਆਉਂਦੀ ਹੈ, ਜਿਸ ਕਰਕੇ ਇਹਨਾਂ ਨੂੰ ਪੂਛਲ ਤਾਰੇ ਕਿਹਾ ਜਾਂਦਾ ਜਾਂ ਟੇਲਡ ਸਟਾਰ ਕਹਿ ਦਿੰਦੇ ਆ। ਸੂਰਜ ਦੁਆਲੇ ਘੁੰਮਦਾ ਹੋਇਆ ਕਦੀ ਤਾਂ ਇਹ ਸੂਰਜ ਦੇ ਬਹੁਤ ਜ਼ਿਆਦਾ ਨੇੜੇ ਆ ਜਾਂਦੇ ਨੇ ਤੇ ਕਦੇ ਬਹੁਤ ਜ਼ਿਆਦਾ ਦੂਰ ਹੋ ਜਾਂਦੇ ਨੇ। ਇਸ ਦਾ ਪੰਥ ਲੰਬਾ ਤੇ ਘੱਟ ਘੇਰੇ ਵਿੱਚ ਫੈਲਿਆ ਘੁੰਡੀ ਨੁਮਾ ਆਕਾਰ ਵਿੱਚ ਮੁੜਿਆ ਹੋਇਆ ਹੁੰਦਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਹੈਲੇ ਦਾ ਪੂਛਲ ਤਾਰਾ, ਜਿਸ ਦਾ ਨਾਮ ਇੰਗਲੈਂਡ ਦੇ ਤਾਰਾ ਵਿਗਿਆਨੀ ਆਲਮੰਡ ਹੈਲੇ ਦੇ ਨਾਮ ਤੇ ਪਿਆ ਸੀ, ਸਾਨੂੰ ਧਰਤੀ ਤੋਂ ਦਿਖਾਈ ਦਿੰਦਾ ਹੈ ਤੇ ਇਹ ਤਾਰਾ 75-76 ਸਾਲ ਬਾਅਦ ਦਿਖਾਈ ਦਿੰਦਾ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਛੋਟੇ ਗ੍ਰਹਿ ਜਾਂ ਐਸਟਰੋਇਡਸ। ਤਾਂ ਬ੍ਰਹਿਮੰਡ ਦੇ ਵਿੱਚ ਗ੍ਰਹਿਾਂ ਤੋਂ ਇਲਾਵਾ ਕਈ ਛੋਟੇ ਗ੍ਰਹਿ ਵੀ ਹਨ ਜਿਹੜੇ ਸੂਰਜ ਦੁਆਲੇ ਘੁੰਮਦੇ ਹਨ। ਸੂਰਜ ਦੁਆਲੇ ਪਰਿਕਰਮਾ ਕਰਨ ਕਰਕੇ ਇਹਨਾਂ ਨੂੰ ਵੀ ਗ੍ਰਹਿਾਂ ਦੀ ਹੀ ਕਿਸਮ ਕਿਹਾ ਜਾਂਦਾ ਹੈ। ਜਦੋਂ ਕਿ ਇਹ ਗ੍ਰਹਿਾਂ ਦੇ ਆਕਾਰ ਦੇ ਨਹੀਂ ਹੁੰਦੇ, ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਛੋਟੇ ਹੁੰਦੇ ਨੇ। ਕਈ ਵਾਰ ਇਹ ਧੂੜ ਮਿੱਟੀ ਦੇ ਕਣਾਂ ਦਾ ਗੋਲਾ ਵੀ ਹੋ ਸਕਦੇ ਹਨ। ਤਾਂ ਇਸੇ ਪ੍ਰਕਾਰ ਆਪਣੇ ਸੂਰਜੀ ਪਰਿਵਾਰ ਦੇ ਵਿੱਚ ਵੀ ਇੱਕ ਐਸਟਰੋਇਡ ਬੈਲਟ ਹੈ। ਤਾਂ ਇਹ ਐਸਟਰੋਇਡ ਬੈਲਟ ਮੰਗਲ ਤੇ ਬ੍ਰਹਿਸਪਤੀ ਗ੍ਰਹਿ ਦੇ ਵਿਚਕਾਰ ਹੈ। ਤੇ ਇਹ ਜੋ ਛੋਟੇ ਗ੍ਰਹਿ ਨੇ ਇਹ ਵੀ ਸੂਰਜ ਦੇ ਦੁਆਲੇ ਚੱਕਰ ਕੱਟਦੇ ਹਨ। ਪੁਆਇੰਟ ਆ ਗਿਆ ਜੀ ਉਲਕਾ ਤੇ ਉਲਕਾ ਪਿੰਡ। ਇਹ ਜੋ ਉਲਕਾ ਪਿੰਡ ਹੁੰਦੇ ਨੇ ਇਹਨਾਂ ਨੂੰ ਸ਼ੂਟਿੰਗ ਸਟਾਰਸ ਵੀ ਕਿਹਾ ਜਾਂਦਾ। ਤਾਂ ਤੁਸੀਂ ਕਦੇ ਰਾਤ ਨੂੰ ਅਸਮਾਨ ਦੇ ਵਿੱਚ ਟੁੱਟਦੇ ਤਾਰੇ ਦੇਖੇ ਹੋਣਗੇ, ਪਰ ਜਦੋਂ ਕਿ ਅਸਲ ਦੇ ਵਿੱਚ ਉਹ ਤਾਰੇ ਹੁੰਦੇ ਨਹੀਂ ਗੇ। ਤਾਂ ਕਈ ਆਪਣੇ ਲੋਕ ਉਹਨਾਂ ਟੁੱਟਦੇ ਤਾਰਿਆਂ ਤੋਂ ਆਪਣੀਆਂ ਵਿਸ਼ ਮਨੋਕਾਮਨਾ ਮੰਗਣੀਆਂ ਵੀ ਸ਼ੁਰੂ ਕਰ ਦਿੰਦੇ ਨੇ। ਤਾਂ ਉਹ ਹੁੰਦੇ ਕੀ ਨੇ ਹੁਣ ਤੁਹਾਨੂੰ ਦੱਸ ਦਿੰਦੇ ਆ। ਸੂਰਜ ਮੰਡਲ ਦੇ ਵਿੱਚ ਛੋਟੇ ਪੱਥਰ ਖਿਲਰੇ ਪਏ ਹਨ। ਤਾਂ ਪ੍ਰਿਥਵੀ ਜਦੋਂ ਸੂਰਜ ਦੀ ਪਰਿਕਰਮਾ ਕਰਦੀ ਹੈ ਤਾਂ ਕਈ ਵਾਰ ਉਹ ਅਜਿਹੇ ਪੱਥਰ ਹੁੰਦੇ ਨੇ ਜਾਂ ਪਦਾਰਥ ਹੁੰਦੇ ਨੇ ਉਹਨਾਂ ਦੇ ਨੇੜੇ ਆ ਜਾਂਦੀ ਆ। ਤਾਂ ਉਹ ਪਦਾਰਥ ਜਾਂ ਪੱਥਰ ਬਹੁਤ ਤੇਜ਼ੀ ਦੇ ਨਾਲ ਧਰਤੀ ਦੇ ਵਾਯੂਮੰਡਲ ਦੇ ਅੰਦਰ ਦਾਖਲ ਹੋ ਜਾਂਦੇ ਨੇ। ਤਾਂ ਆਪਣੇ ਵਾਯੂਮੰਡਲ ਦੇ ਵਿੱਚ ਇੱਕ ਪਰਤ ਹੈ ਜਿਸ ਨੂੰ ਮੱਧਵਰਤੀ ਮੰਡਲ ਕਿਹਾ ਜਾਂਦਾ। ਤਾਂ ਉਹ ਬਹੁਤ ਜ਼ਿਆਦਾ ਠੰਡਾ ਗਾ। ਤਾਂ ਜਿੱਥੇ ਉਸ ਪਦਾਰਥ ਦੇ ਵਿੱਚ ਰਗੜ ਪੈਦਾ ਹੋ ਜਾਂਦੀ ਹੈ ਤੇ ਉਸ ਰਗੜ ਦੇ ਨਾਲ ਉਸ ਪਦਾਰਥ ਨੂੰ ਅੱਗ ਲੱਗ ਜਾਂਦੀ ਹੈ ਤੇ ਅੱਗ ਲੱਗਣ ਦੇ ਕਾਰਨ ਉਹ ਇੱਕ ਰੌਸ਼ਨੀ ਦੀ ਲਕੀਰ ਜਿਹੀ ਬਣ ਜਾਂਦੀ ਹੈ ਤੇ ਜਿਸ ਨੂੰ ਕਿ ਆਪਾਂ ਸ਼ੂਟਿੰਗ ਸਟਾਰ ਕਹਿ ਦਿੰਦੇ ਆ ਜਾਂ ਉਲਕਾ ਕਿਹਾ ਜਾਂਦਾ। ਇਸ ਤੋਂ ਇਲਾਵਾ ਉਹ ਇੱਕ ਹੁੰਦੇ ਨੇ ਉਲਕਾ ਪਿੰਡ। ਤਾਂ ਉਹ ਜੋ ਪਦਾਰਥ ਹੁੰਦੇ ਨੇ ਜੇ ਤਾਂ ਉਹ ਉੱਪਰ ਅਸਮਾਨ ਦੇ ਵਿੱਚ ਹੀ ਸੜ ਜਾਣ ਤਾਂ ਉਹਨਾਂ ਨੂੰ ਉਲਕਾ ਕਿਹਾ ਜਾਂਦਾ। ਪਰ ਧਰਤੀ ਦੇ ਉੱਤੇ ਕਈ ਵਾਰ ਉਹ ਠੋਸ ਹਾਲਤ ਦੇ ਵਿੱਚ ਗਰਮ ਗੋਲੇ ਦੇ ਰੂਪ ਦੇ ਵਿੱਚ ਡਿੱਗ ਪੈਂਦੇ ਨੇ ਤੇ ਉਹਨਾਂ ਨੂੰ ਕੀ ਕਿਹਾ ਜਾਂਦਾ? ਉਲਕਾ ਪਿੰਡ ਕਿਹਾ ਜਾਂਦਾ। ਤਾਂ ਹੁਣ ਤੁਹਾਨੂੰ ਇਹ ਗੱਲ ਸਮਝ ਆ ਗਈ ਹੋਣੀ ਆ ਕਿ ਜੇਕਰ ਉਹ ਪੱਥਰ ਜਾਂ ਪਦਾਰਥ ਅਸਮਾਨ ਦੇ ਵਿੱਚ ਹੀ ਖਤਮ ਹੋ ਜਾਣ ਤਾਂ ਉਹਨਾਂ ਨੂੰ ਉਲਕਾ ਕਿਹਾ ਜਾਂਦਾ। ਪਰ ਜੇ ਉਹ ਕਈ ਵਾਰ ਤਾਂ ਉੱਥੋਂ ਨਿਕਲ ਕੇ ਧਰਤੀ ਦੇ ਸਤ੍ਹਾ ਦੇ ਉੱਤੇ ਪਹੁੰਚ ਜਾਣ, ਧਰਤੀ ਦੇ ਉੱਪਰ ਪਹੁੰਚ ਜਾਣ ਠੋਸ ਹਾਲਤ ਦੇ ਵਿੱਚ, ਤਾਂ ਉਹਨਾਂ ਨੂੰ ਉਲਕਾ ਪਿੰਡ ਕਿਹਾ ਜਾਂਦਾ। ਤਾਂ ਇਹਨਾਂ ਉਲਕਾ ਪਿੰਡਾਂ ਦੇ ਕਰਕੇ ਧਰਤੀ ਦੇ ਬਹੁਤ ਵੱਡੇ ਟੋਏ ਬਣ ਜਾਂਦੇ ਹਨ। ਤਾਂ ਇਸੇ ਪ੍ਰਕਾਰ ਅਮਰੀਕਾ ਦੇ ਮਾਰੂਥਲੀ ਇਲਾਕਾ ਐਰੀਜ਼ੋਨਾ, ਤਾਂ ਉੱਥੋਂ ਦਾ ਮੋਗਾ ਕਿਸੇ ਉਲਕਾ ਪਿੰਡ ਦੇ ਡਿੱਗਣ ਕਰਕੇ ਹੀ ਬਣਿਆ ਹੋਇਆ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਅਗਲਾ ਪੁਆਇੰਟ ਆ ਗਿਆ ਜੀ ਧਰਤੀ।
ਨੁਹਾਰ ਅਤੇ ਆਕਾਰ। ਧਰਤੀ ਜਿਸ ਉੱਤੇ ਅਸੀਂ ਰਹਿ ਰਹੇ ਹਾਂ ਇਹ ਬਹੁਤ ਵੱਡੀ ਹੈ। ਵਿਗਿਆਨੀਆਂ ਨੇ ਆਕਾਸ਼ ਵਿੱਚ ਕਾਫੀ ਉਚਾਈ ਤੇ ਜਾ ਕੇ ਇਸ ਦੀਆਂ ਤਸਵੀਰਾਂ ਖਿੱਚੀਆਂ। ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਧਰਤੀ ਚਪਟੀ ਨਹੀਂ ਸਗੋਂ ਗੋਲ ਦਿਖਾਈ ਦਿੰਦੀ ਹੈ। ਧਰਤੀ ਸੂਰਜ ਦੁਆਲੇ ਘੁੰਮਦੀ ਹੈ ਤੇ ਚੰਨ ਧਰਤੀ ਦੇ ਦੁਆਲੇ ਘੁੰਮਦਾ ਹੋਇਆ ਨਜ਼ਰ ਆ ਰਿਹਾ ਹੈ। ਤੇ ਇਸ ਪ੍ਰਕਾਰ ਘੁੰਮਦੇ ਹੋਏ ਇੱਕ ਅਜਿਹਾ ਸਮਾਂ ਆਉਂਦਾ ਜਦੋਂ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਆ ਜਾਂਦੀ ਹੈ ਅਤੇ ਸਾਡੀ ਧਰਤੀ ਦਾ ਪਰਛਾਵਾਂ ਚੰਨ ਦੇ ਉੱਤੇ ਪੈਂਦਾ ਹੈ ਤੇ ਚੰਨ ਲੁਕਿਆ ਹੋਇਆ ਪ੍ਰਤੀਤ ਹੁੰਦਾ ਹੈ, ਜਿਸ ਨੂੰ ਚੰਨ ਗ੍ਰਹਿਣ ਕਿਹਾ ਜਾਂਦਾ ਹੈ। ਅਸੀਂ ਦੇਖਦੇ ਹਾਂ ਕਿ ਧਰਤੀ ਦਾ ਪਰਛਾਵਾਂ ਚੱਕਰੀ ਆਕਾਰ ਜਾਂ ਗੋਲ ਹੁੰਦਾ ਹੈ, ਜੋ ਸਿੱਧ ਕਰਦਾ ਹੈ ਕਿ ਧਰਤੀ ਗੋਲ ਹੈ। ਭਾਵੇਂ ਉਪਰੋਕਤ ਪ੍ਰਮਾਣਾਂ ਤੋਂ ਮੋਟੇ ਤੌਰ ਤੇ ਸਿੱਧ ਹੁੰਦਾ ਹੈ ਕਿ ਧਰਤੀ ਇੱਕ ਬਹੁਤ ਵੱਡੀ ਗੇਂਦ ਵਾਂਗ ਹੈ। ਅਸਲ ਦੇ ਵਿੱਚ ਇਹ ਇੱਕ ਗੇਂਦ ਦੇ ਵਾਂਗ ਨਹੀਂ ਹੈ, ਬਲਕਿ ਇਸ ਦੇ ਉੱਤਰੀ ਤੇ ਦੱਖਣੀ ਸਿਰੇ ਚਪਟੇ ਹਨ। ਤਾਂ ਅਜਿਹੇ ਗੋਲੇ ਜਿਨ੍ਹਾਂ ਦੇ ਸਿਰੇ ਚਪਟੇ ਹੁੰਦੇ ਨੇ ਉਹਨਾਂ ਨੂੰ ਗੋਲਾਨੁਮਾ ਕਿਹਾ ਜਾਂਦਾ ਹੈ। ਸਾਡੀ ਧਰਤੀ ਚਪਟਾ ਗੋਲਾ ਹੈ, ਜਿਸ ਨੂੰ ਧਰਤ ਗੋਲਾ ਆਖਿਆ ਜਾਂਦਾ ਹੈ। ਉੱਤਰੀ ਤੇ ਦੱਖਣੀ ਸਿਰੇ ਜਿੱਥੋਂ ਧਰਤੀ ਚਪਟੀ ਹੈ ਉਹਨਾਂ ਨੂੰ ਧਰੁਵ ਆਖਿਆ ਜਾਂਦਾ ਹੈ। ਤਾਂ ਉੱਤਰੀ ਸਿਰੇ ਨੂੰ ਉੱਤਰੀ ਧਰੁਵ ਤੇ ਦੱਖਣੀ ਸਿਰੇ ਨੂੰ ਦੱਖਣੀ ਧਰੁਵ ਕਿਹਾ ਜਾਂਦਾ ਹੈ। ਤਾਂ ਇੱਕ ਕਾਲਪਨਿਕ ਰੇਖਾ ਜੋ ਉੱਤਰੀ ਧਰੁਵ ਤੋਂ ਦੱਖਣੀ ਧਰੁਵ ਤੱਕ ਧਰਤੀ ਦੇ ਮੱਧ ਵਿੱਚੋਂ ਦੀ ਲੰਘਦੀ ਹੈ ਉਸ ਨੂੰ ਧਰਤੀ ਦਾ ਧੁਰਾ ਆਖਿਆ ਜਾਂਦਾ ਹੈ। ਤਾਂ ਇਹ ਧਰਤੀ ਦਾ ਜੋ ਧੁਰਾ ਗਾ ਇਹ ਬਿਲਕੁਲ ਸਿੱਧਾ 90 ਡਿਗਰੀ ਦੇ ਕੋਣ ਤੇ ਨਹੀਂ ਹੈਗਾ, ਸਗੋਂ ਝੁਕਿਆ ਹੋਇਆ ਹੈਗਾ ਤੇ ਧਰਤੀ ਇਸੇ ਧੁਰੇ ਦੇ ਦੁਆਲੇ ਘੁੰਮਦੀ ਹੈ ਤੇ ਜਿਸ ਦੇ ਕਰਕੇ ਦਿਨ ਤੇ ਰਾਤ ਬਣਦੇ। ਤਾਂ ਜੋ ਹਿੱਸਾ ਧਰਤੀ ਦਾ ਸੂਰਜ ਦੇ ਸਾਹਮਣੇ ਆ ਜਾਂਦਾ ਉੱਥੇ ਦਿਨ ਚੜ ਜਾਂਦਾ ਤੇ ਜੋ ਹਿੱਸਾ ਸੂਰਜ ਤੋਂ ਦੂਰ ਚਲਾ ਜਾਂਦਾ ਉੱਥੇ ਹਨੇਰਾ ਹੋ ਜਾਂਦਾ ਤੇ ਜਿਸ ਕਰਕੇ ਉੱਥੇ ਰਾਤ ਬਣਦੀ। ਇਸ ਤੋਂ ਬਾਅਦ ਲਾਸਟ ਪੁਆਇੰਟ ਹੈ ਜੀ ਆਕਾਰ। ਆਕਾਰਾਂ ਦੇ ਅਨੁਸਾਰ ਸਾਡੀ ਧਰਤੀ 5ਵੇਂ ਨੰਬਰ ਦੇ ਉੱਪਰ ਹੈ। ਪਹਿਲੇ ਨੰਬਰ ਦੇ ਉੱਪਰ ਬ੍ਰਹਸਪਤੀ, ਦੂਸਰੇ ਦੇ ਉੱਪਰ ਸ਼ਨੀ, ਤੀਸਰੇ ਤੇ ਯੂਰੇਨਸ ਤੇ ਚੌਥੇ ਨੰਬਰ ਤੇ ਨੈਪਚੂਨ ਆ। ਤੇ ਨੈਪਚੂਨ ਤੋਂ ਬਾਅਦ 5ਵੇਂ ਨੰਬਰ ਦੇ ਉੱਤੇ ਧਰਤੀ ਆਉਂਦੀ ਹੈ। ਤੇ ਧਰਤੀ ਦਾ ਜੋ ਵਿਆਸ ਹੈ ਉਹ 12,756 ਕਿਲੋਮੀਟਰ ਹੈ। ਧਰਤੀ ਦਾ ਜੋ ਘੇਰਾ ਉਹ ਲਗਭਗ 40,000 ਕਿਲੋਮੀਟਰ ਹੈ। ਧਰੁਵਾਂ ਵੱਲ ਇਸ ਦਾ ਵਿਆਸ 12,712 ਕਿਲੋਮੀਟਰ ਹੈ। ਤਾਂ ਇਸ ਦਾ ਮਤਲਬ ਇਹ ਹੈ ਕਿ ਭੂ-ਮੱਧ ਰੇਖਾ ਦੇ ਨਾਲੋਂ ਧਰੁਵਾਂ ਦੇ ਵੱਲ ਇਸ ਦਾ ਵਿਆਸ 44 ਕਿਲੋਮੀਟਰ ਘੱਟ ਹੈ। ਧੰਨਵਾਦ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਅਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਦਿਓ। ਤੇ ਮੈਂ ਬੱਚਿਆਂ ਨੂੰ ਬੇਨਤੀ ਕਰੂੰ ਤੁਸੀਂ ਇਹ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਤਾਂ ਕਿ ਤੁਸੀਂ ਇਸ ਦੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਡੇ ਲਈ ਹੋਰ ਐਵੇਂ ਦੇ ਚੈਪਟਰ ਪਾਉਂਦੇ ਰਹੀਏ। ਧੰਨਵਾਦ।